हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। श्री हर राय हो तेज सथाई, सोध निज मिलबे प्रथम पठाई। पयो सो त्यार आप पुन पाछे, लेकर दिपत जवाहर आछे। वाहिगुरु जी का खालसा, वाहिगुरु जी की फतेह। परम सन्मान जो गुरु रूप साध संगत जी, ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਇਲਾਹੀ ਬਾਣੀ ਦੇ ਰੱਬੀ ਕੀਰਤਨ ਸਰਵਣ ਕੀਤੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਪਾਵਨ ਕਥਾ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਜਦੋਂ ਸ੍ਰੀ ਖੰਡੂਰ ਸਾਹਿਬ ਪਹੁੰਚੇ ਹਨ ਤੇ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਸਾਰੀ ਰਾਤ ਕੀਰਤਨ ਕੀਤਾ ਹੈ। ਬੜੇ ਪ੍ਰੇਮ ਨਾਲ ਸੰਗਤਾਂ ਨੇ ਕੀਰਤਨ ਸੁਣਿਆ ਤੇ ਗੁਰੂ ਸਾਹਿਬ ਜੀ ਨੇ 63 ਸਾਹਿਬਜ਼ਾਦੇ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰ ਪੋਤਰੇ ਪੜਪੋਤਰੇ ਸਨ, ਉਹਨਾਂ ਦਾ ਬਹੁਤ ਸਤਿਕਾਰ ਕੀਤਾ। ਸੁੰਦਰ ਬਸਤਰ, ਸੋਨੇ ਦੇ ਕੜੇ ਤੇ ਮਾਇਆ ਉਹਨਾਂ ਨੂੰ ਅਰਦਾਸ ਕਰਾਈ। ਗੁਰੂ ਕੇ ਅਸਥਾਨ ਦੀ ਵੀ ਸੇਵਾ ਸੰਭਾਲ ਵਾਸਤੇ ਮਾਇਆ ਅਰਦਾਸ ਕਰਾਈ ਤੇ ਉੱਥੇ ਹੀ ਸਤਿਗੁਰੂ ਜੀ ਨੂੰ ਸੁਨੇਹਾ ਮਿਲਿਆ ਕਿ ਦਾਰਾ ਸ਼ਿਕੋ ਆਪ ਜੀ ਨੂੰ ਮਿਲਣ ਵਾਸਤੇ ਆਇਆ ਹੈ। ਆਇਆ ਤਾਂ ਉਹ ਕੀਰਤਪੁਰ ਸਾਹਿਬ ਸੀ, ਪਰ ਆਪ ਜੀ ਉੱਥੇ ਮਿਲੇ ਨਹੀਂ। ਉਹ ਤੁਹਾਡੇ ਪਿੱਛੇ ਪਿੱਛੇ ਹੀ ਆ ਰਿਹਾ ਹੈ। ਸੋ ਆਪ ਜੀ ਕਿਰਪਾ ਕਰਕੇ ਉਹਦੀ ਚਿੱਠੀ ਪੜ੍ਹੋ। ਉਹਦੀ ਚਿੱਠੀ 'ਚ ਲਿਖਿਆ ਸੀ ਕਿ ਮਹਾਰਾਜ, ਮੈਂ ਬਹੁਤ ਚਿਰ ਤੋਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਸੀ, ਪਰ ਸਰਕਾਰੀ ਕੰਮਾਂ ਕਰਕੇ, ਰਾਜਨੀਤਿਕ ਉਥਲ-ਪੁਥਲ ਕਰਕੇ ਮੈਂ ਸਮਾਂ ਨਹੀਂ ਕੱਢ ਸਕਿਆ। ਹੁਣ ਮੈਂ ਬੜੀ ਮੁਸੀਬਤ ਵਿੱਚ ਹਾਂ ਤੇ ਤੁਹਾਡੇ ਦਰਸ਼ਨ ਕਰਨੇ ਨੇ। ਕਿਰਪਾ ਕਰਕੇ ਮੈਨੂੰ ਦਰਸ਼ਨ ਬਖਸ਼ੋ। ਜਿੱਥੇ ਵੀ ਹੋਵੋ ਆਪ ਜੀ ਰੁਕ ਜਾਓ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ। ਸੋ ਬੜੀ ਛੇਤੀ ਨਾਲ ਦਾਰਾ ਸ਼ਿਕੋ ਗੋਇੰਦਵਾਲ ਸਾਹਿਬ ਪਹੁੰਚ ਗਿਆ ਤੇ ਗੁਰੂ ਸਾਹਿਬ ਵੀ ਖੰਡੂਰ ਸਾਹਿਬ ਤੋਂ ਵਾਪਸ ਗੋਇੰਦਵਾਲ ਸਾਹਿਬ ਆ ਗਏ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਦਾਰਾ ਸ਼ਿਕੋ ਦੀ ਮੁਲਾਕਾਤ ਹੋਈ ਹੈ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਤਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री हर राय हो तेज सथाई। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਆ ਗਏ। ਖੰਡੂਰ ਸਾਹਿਬ ਤੋਂ ਚੱਲ ਕੇ ਤੇ ਜਿੱਥੇ ਸਤਿਗੁਰੂ ਜੀ ਨੇ ਛਾਉਣੀ ਪਾਈ ਸੀ, ਆਪਣਾ ਆਸਣ ਲਾਇਆ ਸੀ, ਸੁਧ ਨਿਜ ਮਿਲਵੇ ਪ੍ਰਥਮ ਪਠਾਈ। ਦਾਰਾ ਸ਼ਿਕੋ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਪਹਿਲਾਂ ਹੀ ਖਬਰ ਭੇਜ ਦਿੱਤੀ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਨ ਲਈ ਆ ਰਿਹਾ ਹਾਂ। ਭਇਓ ਸੋ ਤਿਆਰ ਆਪ ਪੁਨ ਪਾਛੇ। ਜਦੋਂ ਗੁਰੂ ਸਾਹਿਬ ਜੀ ਜਾ ਬਿਰਾਜੇ ਹਨ ਛਾਉਣੀ ਦੇ ਵਿੱਚ, ਤਾਂ ਉਧਰੋਂ ਦਾਰਾ ਸ਼ਿਕੋ ਆਪਣੀ ਛਾਉਣੀ ਵਿੱਚੋਂ ਤਿਆਰ ਹੋਇਆ ਗੁਰੂ ਜੀ ਨੂੰ ਮਿਲਣ ਵਾਸਤੇ। ਲੇਕਰ ਦਿਪਤ ਜਵਾਹਰ ਆਛੇ। ਉਹਨੇ ਬੜੇ ਕੀਮਤੀ ਹੀਰੇ ਮੋਤੀ ਜਵਾਹਰਾਤ, ਬਹੁਤ ਵਧੀਆ ਵਧੀਆ ਕੀਮਤੀ ਗਹਿਣੇ, ਸੋਹਣੇ ਬਸਤਰ, ਸੋਨੇ ਦੀਆਂ ਮੋਹਰਾਂ ਚੁੱਕ ਲਈਆਂ ਹਨ। ਬਹੁਤ ਮੋਲ ਕੇ ਬਸਤਰ ਸੁਹਾਏ। ਬਹੁਤ ਕੀਮਤੀ ਕੱਪੜਾ, ਬਾਦਸ਼ਾਹ ਸੀ ਹਿੰਦੁਸਤਾਨ ਦਾ ਦਾਰਾ ਸ਼ਿਕੋ। ਔਰੰਗਜ਼ੇਬ ਤਾਂ ਧੱਕੇ ਨਾਲ ਬਣਿਆ ਹੈ, ਬਣਨਾ ਤਾਂ ਦਾਰਾ ਸ਼ਿਕੋ ਨੇ ਸੀ, ਪਰ ਪਰਮੇਸ਼ਰ ਨੇ ਉਹਨੂੰ ਬੰਦਗੀ ਵਾਲੇ ਪਾਸੇ ਲਾ ਦਿੱਤਾ, ਭਗਤੀ ਵਾਲੇ ਪਾਸੇ ਲਾ ਦਿੱਤਾ ਤੇ ਔਰੰਗਜ਼ੇਬ ਦੇ ਕਰਮਾਂ 'ਚ ਪਾਪ ਲਿਖੇ ਸਨ, ਉਹਨੂੰ ਰਾਜ ਦੇ ਦਿੱਤਾ। ਸੋ ਸਾਧ ਸੰਗਤ ਜੀ, ਦਾਰਾ ਸ਼ਿਕੋ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਬੜੇ ਕੀਮਤੀ ਤੋਹਫੇ ਲੈ ਕੇ ਤੁਰਿਆ ਹੈ। ਚੱਲਿਓ ਸੋ ਛੀਲ ਚਾਹੇ ਅਧਿਕਾਰੇ। ਨਾਲ ਉਹਦੇ ਬੜੇ ਮੰਤਰੀ ਵਜ਼ੀਰ ਵੀ ਹਨ ਜਿਹੜੇ ਉਹਦੇ ਪੱਖੀ ਸਨ। ਤੇ ਸਾਧ ਸੰਗਤ ਜੀ, ਇਹ ਚੱਲ ਪਿਆ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ। ਸਨੇ ਸਨੇ ਮਗ ਮੋਹ ਭਗਤਾਰ। ਔਰ ਸਾਧ ਸੰਗਤ ਜੀ ਹੌਲੇ ਹੌਲੇ ਸਹਿਜ ਸਹਿਜ ਤੁਰਦਾ ਹੋਇਆ ਪਹੁੰਚਿਓ ਸਤਿਗੁਰ ਕੇ ਦਰਬਾਰ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ 'ਚ ਬੜੇ ਅਦਬ ਨਾਲ, ਜਿਵੇਂ ਮਹਾਂਪੁਰਸ਼ਾਂ ਕੋਲ, ਪੀਰਾਂ ਫਕੀਰਾਂ ਕੋਲ ਜਾਈਦਾ ਹੈ, ਉਸ ਤਰੀਕੇ ਨਾਲ ਬੜੇ ਅਦਬ ਨਾਲ ਆਇਆ ਹੈ। ਹਿੰਦੁਸਤਾਨ ਦਾ ਬਾਦਸ਼ਾਹ ਹੋ ਕੇ ਵੀ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਲੈ ਕੇ ਨਹੀਂ ਆਇਆ, ਬਲਕਿ ਇੱਕ
ਜਿਵੇਂ ਮੁਰੀਦ ਆਪਣੇ ਪੀਰ ਦੇ ਕੋਲ ਜਾਂਦਾ ਹੈ, ਇਸ ਤਰ੍ਹਾਂ ਪੂਰੇ ਸਤਿਗੁਰੂ ਦੇ ਦਰਸ਼ਨਾਂ ਲਈ ਦਾਰਾ ਸ਼ਿਕੋ ਆਇਆ ਹੈ। ਤੋਏ ਰਕੇਬੀ ਕੇਰ ਮਝਾਰ। ਦੋ ਵੱਡੇ ਵੱਡੇ ਥਾਲ, ਜਿਨ੍ਹਾਂ ਨੂੰ ਰਕੇਬ ਕਹਿੰਦੇ ਨੇ, ਆਪਾਂ ਥਾਲ ਕਹਿੰਦੇ ਆ, ਫਾਰਸੀ ਉਰਦੂ ਵਿੱਚ ਰਕੇਬ ਕਹਿੰਦੇ, ਵੱਡੇ ਥਾਲ ਜਿਨ੍ਹਾਂ ਵਿੱਚ ਕੀਮਤੀ ਚੀਜ਼ਾਂ ਰੱਖੀਆਂ, ਜਿਵੇਂ ਅੰਗਰੇਜ਼ੀ 'ਚ ਟਰੇ ਕਹਿ ਦਿੰਦੇ ਆ। ਕੋਈ ਚੀਜ਼ ਕਿਸੇ ਨੂੰ ਗਿਫਟ ਕਰਨੀ ਹੋਵੇ, ਆਪਾਂ ਟਰੇ 'ਚ ਰੱਖ ਕੇ ਦਿੰਦੇ ਆ, ਉਹਨੂੰ ਰਕੇਬ ਕਹਿੰਦੇ। ਗੋਲ ਹੁੰਦੀਆਂ ਸੀ ਵੱਡੀਆਂ ਵੱਡੀਆਂ। ਬੜੀ ਵੱਡੀ ਥਾਲ ਦੇ ਵਿੱਚ, ਦੋ ਥਾਲਾਂ ਦੇ ਵਿੱਚ ਧਰੇ ਜਵਾਹਰ ਅਰ ਦੀਨਾਰ। ਵਿੱਚ ਜਵਾਹਰ ਹੀਰੇ ਮੋਤੀ ਰੱਖੇ ਹੈ, ਲਾਲ ਰੱਖੇ ਹੈ, ਪੰਨੇ ਸਬਜੇ 9 ਰਤਨ ਰੱਖੇ ਹੈ, ਤੇ ਵਿੱਚ ਸੋਨੇ ਦੀਆਂ ਮੋਹਰਾਂ ਰੱਖੀਆਂ ਹਨ। ਕਛਕ ਨਮਰ ਹੋਏ ਬੈਠਿਓ ਪਾਸ। ਇਹ ਭੇਟਾ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੀ ਤੇ ਬੜੀ ਨਿਮਰਤਾ ਨਾਲ ਸਲਾਮ, ਜਿਵੇਂ ਮੁਸਲਮਾਨ ਸਜਦਾ ਕਰਦੇ ਨੇ, ਆਪਣੇ ਅਕੀਦੇ ਦੇ ਮੁਤਾਬਕ ਉਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ। ਪਹਿਰੇ ਭੂਖਨ ਰਹਿਓ ਪ੍ਰਕਾਸ਼। ਬੜੇ ਬਾਦਸ਼ਾਹ ਸੀ ਹਿੰਦੁਸਤਾਨ ਦਾ, ਬੜੇ ਕੀਮਤੀ ਬਸਤਰ ਪਹਿਨੇ ਹੋਏ ਨੇ ਤੇ ਗਹਿਣੇ ਵੀ ਪਹਿਨੇ ਹੋਏ ਨੇ। ਦੀਰਘ ਸ਼ਮਸ਼ ਬਦਨ ਪਰਸ਼ਾਮੂ। ਦਾੜੀ ਉਹਦੀ ਲੰਮੀ ਸੀ ਕਾਫੀ ਤੇ ਕਾਲੀ ਦਾੜੀ ਉਹਦੇ ਪੇਟ ਤੱਕ ਜਾਂਦੀ ਹੈ। ਸਿਰ ਪਰ ਕੁਲਹਦ ਪਹਿ ਅਬੇਰਾਮੂ। ਸਿਰ ਤੇ ਕੁੱਲੇ ਵਾਲੀ ਟੋਪੀ ਜਿਹੜੀ ਬਾਦਸ਼ਾਹ ਪਹਿਨਦੇ ਹਨ, ਉਹ ਕੁੱਲੇ ਵਾਲੀ ਟੋਪੀ ਸਿਰ ਤੇ ਪਾਈ ਹੋਈ ਹੈ। ਆਪਣਾ ਸਰੂਪ ਸਮਝੋ ਬੇਹੇਤ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਚਰਨਾਂ 'ਚ ਬੜੀ ਨਿਮਰਤਾ ਨਾਲ ਅਰਦਾਸ ਬੇਨਤੀ ਕਰਨ ਲੱਗਾ ਹੈ। ਕੀ ਬੇਨਤੀ ਕਰਦਾ ਹੈ ਕਿ ਮਹਾਰਾਜ ਮੈਨੂੰ ਆਪਣਾ ਆਪ ਸਮਝਾ ਦਿਓ, ਮੈਂ ਕੌਣ ਹਾਂ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜੇ ਬੰਦਾ ਆਪਣੇ ਅੰਦਰ ਝਾਤੀ ਮਾਰੇ ਤੇ ਬੰਦਾ ਰੱਬ ਦੀ ਜੋਤ ਹੈ, ਅਕਾਲ ਪੁਰਖ ਦਾ ਸਰੂਪ ਹੈ, ਪਰ ਗੁਰੂ ਤੋਂ ਬਿਨਾਂ ਇਹ ਗੱਲ ਕੋਈ ਦੱਸ ਨਹੀਂ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੈਨੂੰ ਮੇਰਾ ਸਰੂਪ ਸਮਝਾ ਦਿਓ। ਬੋਲਿਓ ਦਾਰਸ਼ ਕੋ ਸੁਚੇਤ। ਦਾਰਸ਼ ਕੋ ਬੜੀ ਸ਼ਰਧਾ ਨਾਲ ਸਾਵਧਾਨ ਹੋ ਕੇ ਬੇਨਤੀ ਕਰਨ ਲੱਗਾ ਹੈ। ਬਹੁਤ ਸੰਤਨ ਸੋ ਗੋਸ਼ਟ ਮੇਰੀ। ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਹੇ ਗੁਰੂ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ, ਮੈਂ ਬੜੇ ਮਹਾਂਪੁਰਸ਼ਾਂ ਬੰਦਗੀ ਵਾਲੇ ਸੰਤਾਂ ਦਾ ਸੰਗ ਕੀਤਾ ਹੈ। ਲਖਨ ਬ੍ਰਹਮ ਕੋ ਇਛ ਅਸ਼ੇਰੀ। ਇੱਕੋ ਹੀ ਇੱਛਾ ਹੈ, ਉਸ ਪਰਮਾਤਮਾ ਦੇ ਬ੍ਰਹਮ ਦੇ ਸਾਖਸ਼ਾਤ ਦਰਸ਼ਨ ਹੋਣੇ ਚਾਹੀਦੇ, ਉਸ ਅਕਾਲ ਪੁਰਖ ਦੇ ਸਰੂਪ ਦਾ ਅਨੁਭਵ ਹੋਣਾ ਚਾਹੀਦਾ ਹੈ, ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨਾ ਬਾਕੀ ਨਹੀਂ ਰਹਿ ਜਾਂਦਾ, ਉਸ ਨੂੰ ਮੈਂ ਜਾਣਨਾ ਚਾਹੁੰਦਾ ਹਾਂ। ਸਭਨ ਮੁਕਹ ਭਲੇ ਬਤਾਇਓ। ਇਹ ਸੱਚੇ ਪਾਤਸ਼ਾਹ ਮਹਾਂਪੁਰਸ਼ਾਂ ਨੇ, ਸੰਤਾਂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੋਈ ਹੈ। ਉਹਨਾਂ ਮਹਾਂਪੁਰਸ਼ਾਂ ਨੇ ਮੈਨੂੰ ਬ੍ਰਹਮ ਦਾ ਨਿਰਣਾ ਕਰਕੇ ਸਮਝਾਇਆ ਹੈ, ਬੁਝਾਇਆ, ਦੱਸਿਆ ਹੈ। ਪਾਪ ਪੁੰਨ ਜਿਸ ਸ਼ਬਨ ਨ ਪਾਇਓ। ਉਹ ਬ੍ਰਹਮ, ਉਹ ਪਰਮਾਤਮਾ, ਉਹ ਵਾਹਿਗੁਰੂ ਦੀ ਜੋਤ, ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ, ਜਿਸ ਨੂੰ ਨਾ ਪਾਪ ਛੂ ਸਕਦਾ ਹੈ, ਨਾ ਪੁੰਨ ਛੂ ਸਕਦਾ ਹੈ। ਪਾਪ ਪੁੰਨ ਤਹਿ ਭਈ ਕਹਾਵਤ। ਉਸ ਅਵਸਥਾ ਵਿੱਚ ਪਾਪ ਪੁੰਨ ਪਹੁੰਚਦੇ ਹੀ ਨਹੀਂ, ਅੱਪੜਦੇ ਹੀ ਨਹੀਂ। ਪਾਪ ਪੁੰਨ ਤਾਂ ਬੜੇ ਥੱਲੇ ਰਹਿ ਜਾਂਦੇ ਆ। ਜਿੱਥੇ ਅਕਾਲ ਪੁਰਖ ਦੀ ਜੋਤ ਜਗਦੀ ਹੈ, ਉੱਥੇ ਪਾਪ ਪੁੰਨ ਦਾ ਲੇਪ ਨਹੀਂ ਲੱਗਦਾ। ਸਭ ਕੇ ਵਿੱਚ ਅਲੇਪ ਸਭਨ ਤੇ। ਜਿਹੜਾ ਵਾਹਿਗੁਰੂ ਸਾਰਿਆਂ ਦੇ ਵਿੱਚ ਹੈ, ਸਾਰਿਆਂ ਤੋਂ ਨਿਰਲੇਪ ਹੈ। ਸਭ ਹੀ ਮੱਧ, ਸਭੈ ਤੇ ਬਾਹਰ, ਬੇਮੋਹਤਾਜ ਬਾਪਾ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ। ਜਿਹੜਾ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਬਾਹਰ ਹੈ, ਸਾਰਿਆਂ ਤੋਂ ਨਿਰਲੇਪ ਹੈ ਵੀ ਵਿੱਚੇ, ਪਰ ਲੇਪ ਨਹੀਂ ਉਸ ਨੂੰ ਲੱਗਦਾ। ਐਸਾ ਵਾਹਿਗੁਰੂ ਹੈ। ਪਦਮ ਪਤਰ ਜਮ ਰਹਿਤ ਜਲਨ ਤੇ। ਜਿਵੇਂ ਕਮਲ ਦਾ ਫੁੱਲ ਪਾਣੀ ਦੀਆਂ ਕਣਾਂ ਤੋਂ ਨਿਰਲੇਪ ਰਹਿੰਦਾ ਹੈ, ਜਲ ਤੋਂ ਨਿਰਲੇਪ ਰਹਿੰਦਾ ਹੈ, ਉਹਨੂੰ ਜਲ ਦਾ ਲੇਪ ਨਹੀਂ ਲੱਗਦਾ। ਸਭ ਸੂਖਮ ਤੇ ਸੂਖਮ ਜੋਏ। ਜਿਹੜਾ ਪਰਮਾਤਮਾ ਸੂਖਮ ਤੋਂ ਵੀ ਸੂਖਮ ਹੈ, ਸੂਖਮ ਤੇ ਸੂਖਮ ਕਰ ਚੀਨੇ, ਬਿਰਧਨ ਬਿਰਧ ਬਤਾਏ। ਸਾਧ ਸੰਗਤ ਜੀ, ਗਿਆਨ ਇੰਦਰੀਆਂ ਕਰਮ ਇੰਦਰੀਆਂ ਨਾਲੋਂ ਸੂਖਮ ਹਨ। ਕਰਮ ਇੰਦਰੀਆਂ ਨਾਲੋਂ ਮਨ ਸੂਖਮ ਹੈ, ਮਨ ਨਾਲੋਂ ਬੁੱਧੀ ਸੂਖਮ ਹੈ, ਬੁੱਧੀ ਨਾਲੋਂ ਵੀ ਜੋ ਸੂਖਮ ਹੈ, ਜਿਸ ਨੂੰ ਬੁੱਧੀ ਵੀ ਨਹੀਂ ਜਾਣ ਸਕਦੀ, ਉਹ ਪਰਮੇਸ਼ਰ ਹੈ, ਉਹ ਬ੍ਰਹਮ ਹੈ। ਤੁਰਿਓ ਅਗੋਚਰ ਲਖਿਓ ਨਾ ਕੋਏ। ਜਿਹੜਾ ਇੰਦਰੀਆਂ ਦਾ ਵਿਸ਼ਾ ਹੀ ਨਹੀਂ, ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਜਿਹੜਾ ਨਾਸਕਾਂ ਨਾਲ ਸੁੰਘਿਆ ਵੀ ਨਹੀਂ ਜਾ ਸਕਦਾ, ਜਿਹੜਾ ਚਮੜੀ ਨਾਲ ਛੂਇਆ ਵੀ ਨਹੀਂ ਜਾ ਸਕਦਾ,
ਜਿਹੜਾ ਜੀਭ ਨਾਲ ਚੱਖਿਆ ਵੀ ਨਹੀਂ ਜਾ ਸਕਦਾ, ਜਿਹੜਾ ਪੰਜਾਂ ਹੀ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਸ ਤੋਂ ਪਰੇ ਉਸ ਨੂੰ ਅਗੋਚਰ ਕਹਿੰਦੇ ਨੇ। ਬਾਣੀ 'ਚ ਬਹੁਤ ਵਾਰੀ ਆਉਂਦਾ ਅਗੋਚਰ ਸ਼ਬਦ। ਅਗੋਚਰ ਦਾ ਮਤਲਬ ਕੀ ਹੈ? ਪਹਿਲਾਂ ਐੜਾ ਕੱਟ ਦਿਓ ਤੇ ਗੋਚਰ ਨੂੰ ਸਮਝ ਲਓ। ਗੋ ਮੈਨੇ ਇੰਦਰੀਆਂ, ਅੱਖਾਂ, ਕੰਨ, ਨਾਸਕਾ, ਚਮੜੀ, ਰਸਨਾ, ਇਹ 5 ਗਿਆਨ ਇੰਦਰੀਆਂ ਨੂੰ 5 ਸਾਇੰਸਿਸ ਕਹਿੰਦੇ ਆ। 5 ਗਿਆਨ ਇੰਦਰੀਆਂ ਜਿਨ੍ਹਾਂ ਰਾਹੀਂ ਅਸੀਂ ਬਾਹਰਲਾ ਗਿਆਨ ਹਾਸਲ ਕਰ ਰਹੇ ਹਾਂ। ਇਹ 5 ਗਿਆਨ ਇੰਦਰੀਆਂ ਅੱਖਾਂ ਰੂਪ ਨੂੰ ਦੇਖ ਸਕਦੀਆਂ ਨੇ, ਗੋਰਾ ਹੈ, ਕਾਲਾ ਹੈ, ਨੀਲਾ ਹੈ, ਪੀਲਾ ਹੈ। ਕੰਨ ਸਿਰਫ ਆਵਾਜ਼ ਨੂੰ ਸੁਣ ਸਕਦੇ ਹੈ। ਜੀਭ ਮਿੱਠੇ ਖੱਟੇ ਦਾ ਅਨੁਭਵ ਕਰ ਸਕਦੀ ਹੈ। ਚਮੜੀ ਗਿੱਲੇ ਸੁੱਕੇ ਦਾ, ਠੰਡੇ ਤੱਤੇ ਦਾ ਪਤਾ ਲਾ ਸਕਦੀ ਹੈ। ਪਰ ਪਰਮਾਤਮਾ ਨਾ ਤਾਂ ਕੋਈ ਰੂਪ ਵਾਲਾ ਹੈ ਜਿਸ ਨੂੰ ਅੱਖਾਂ ਦੇਖ ਸਕਣ, ਪਰਮਾਤਮਾ ਨਾ ਕੋਈ ਸਾਊਂਡ ਆਵਾਜ਼ ਵਾਲਾ ਹੈ ਵੀ ਉਹਨੂੰ ਕੰਨ ਸੁਣ ਸਕਣ, ਪਰਮਾਤਮਾ ਨਾ ਹੀ ਮਿੱਠਾ ਖੱਟਾ ਹੈ ਜਿਹਨੂੰ ਜੀਭ ਚੱਖ ਸਕੇ, ਪਰਮਾਤਮਾ ਨਾ ਹੀ ਗਿੱਲਾ ਸੁੱਕਾ ਹੈ ਜਿਹਨੂੰ ਚਮੜੀ ਛੂਹ ਸਕੇ। ਇਸ ਕਰਕੇ ਪੰਜਾਂ ਹੀ ਗਿਆਨ ਇੰਦਰੀਆਂ ਦਾ ਜੋ ਵਿਸ਼ਾ ਨਹੀਂ ਹੈ ਉਸ ਨੂੰ ਅਗੋਚਰ ਕਹਿੰਦੇ ਹਾਂ। ਗੋਚਰ ਹੁੰਦਾ ਜੋ ਇੰਦਰੀਆਂ ਦਾ ਵਿਸ਼ਾ ਹੋਵੇ, ਅਗੋਚਰ ਕਹਿੰਦੇ ਜੋ ਇੰਦਰੀਆਂ ਦਾ ਵਿਸ਼ਾ ਨਾ ਹੋਵੇ। ਫਿਰ ਮਨ ਦਾ ਵਿਸ਼ਾ ਵੀ ਨਹੀਂ ਹੈ, ਜਿਸ ਨੂੰ ਮਨ ਵੀ ਨਹੀਂ ਜਾਣ ਸਕਦਾ। ਮਨ ਕੀ ਹੈ? ਸੰਕਲਪ ਵਿਕਲਪ ਦੀ ਬਿਰਤੀ, ਫੁਰਨਾ ਉੱਠਦਾ ਰਹਿੰਦਾ, ਹਰ ਵੇਲੇ ਚੱਲਦੇ ਰਹਿੰਦੇ। ਅਸੀਂ ਜੀਵ ਬਣੇ ਹੀ ਮਨ ਕਰਕੇ ਆ, ਮਨ ਨੇ ਦੁਨੀਆ ਬਣਾਈ ਹੈ। ਇਸ ਕਰਕੇ ਤੇ ਮਨ ਨੂੰ ਕਿਹਨੇ ਬਣਾਇਆ ਹੈ? ਮਨ ਨੂੰ ਆਤਮ ਸਰੂਪ ਅਕਾਲ ਪੁਰਖ ਨੇ ਰਚਿਆ ਹੈ। ਇਹ ਮਨ ਪੰਚ ਤੱਤ ਤੇ ਜਨਮਾ। ਇਹ ਜਿਹੜਾ ਮਨ ਹੈ ਇਸ ਨਾਲੋਂ ਵੀ ਬੁੱਧੀ ਸੂਖਸ਼ਮ ਹੈ। ਮਨ ਬੁੱਧੀ ਨੂੰ ਨਹੀਂ ਜਾਣ ਸਕਦਾ, ਬੁੱਧੀ ਮਨ ਨੂੰ ਜਾਣਦੀ ਹੈ। ਬੁੱਧੀ ਮਨ ਦੇ ਫੁਰਨਿਆਂ ਬਾਰੇ ਜਾਣਦੀ ਹੈ। ਮਨ ਕਿਸ ਵੇਲੇ ਮੇਰਾ ਮਨ ਕੀ ਫੁਰਨਾ ਕਰ ਰਿਹਾ, ਬੁੱਧੀ ਨੂੰ ਪਤਾ ਲੱਗ ਰਿਹਾ। ਇਸ ਵੇਲੇ ਮੇਰੇ ਮਨ ਦੇ ਵਿੱਚ ਚਿੰਤਾ ਹੈ, ਇਸ ਵੇਲੇ ਮਨ 'ਚ ਕਾਮ ਹੈ, ਇਸ ਵੇਲੇ ਮਨ 'ਚ ਕ੍ਰੋਧ ਹੈ, ਇਸ ਵੇਲੇ ਮਨ 'ਚ ਸੰਤੋਖ ਹੈ, ਇਸ ਵੇਲੇ ਮਨ 'ਚ ਜਪ ਤਪ ਦੀ ਬਿਰਤੀ ਹੈ। ਇਹ ਸਾਰੀ ਗੱਲ ਬੁੱਧੀ ਨੂੰ ਪਤਾ ਲੱਗ ਰਹੀ ਹੈ, ਪਰ ਮਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਮੇਰੀ ਬੁੱਧੀ ਕੀ ਨਿਰਣਾ ਕਰ ਰਹੀ ਹੈ। ਬੁੱਧੀ ਮਨ ਨਾਲੋਂ ਸੂਖਸ਼ਮ ਹੈ। ਜੋ ਬੁੱਧੀ ਨਾਲੋਂ ਵੀ ਸੂਖਸ਼ਮ ਹੈ, ਜਿਹੜਾ ਇੰਦਰੀਆਂ ਦੀ ਤੇ ਮਨ ਦੀ ਬੁੱਧੀ ਦੀ ਪਕੜ ਤੋਂ ਪਰੇ ਹੈ, ਹੇ ਮਹਾਰਾਜ ਮੈਂ ਉਸ ਨੂੰ ਜਾਣਨਾ ਚਾਹੁੰਦਾ ਹਾਂ। ਜੋ ਮਹਾਨ ਤੇ ਅਤ ਮਹੀਆਨੇ, ਜੋ ਮਹਾਨ ਤੋਂ ਮਹਾਨ ਹੈ, ਜੋ ਪਰੇ ਤੋਂ ਪਰੇ ਹੈ, ਵੱਡੇ ਤੋਂ ਵੱਡਾ ਹੈ। ਸੂਛਮ ਤੇ ਸੂਛਮ ਕਰ ਚੀਨੇ, ਬਿਰਧਨ ਬਿਰਧ ਬਤਾਏ, ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ। ਜੋ ਨਰ ਕਾਲ ਫਾਸਤੇ ਬਚ, ਸੋ ਨਰ ਕਾਲ ਫਾਸਤੇ ਬਚੇ, ਜੋ ਹਰ ਸ਼ਰਨ ਸਿਧਾਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ। ਮਾਰੇ ਕਹਿੰਦੇ ਸੂਖਸ਼ਮ ਤੋਂ ਵੀ ਸੂਖਸ਼ਮ, ਸੂਖਸ਼ਮ ਤੋਂ ਵੀ ਸੂਖਸ਼ਮ ਹੈ, ਐਸਾ ਉਹ ਅਕਾਲ ਪੁਰਖ ਹੈ। ਹਾਂਜੀ, ਬਿਦਤੋ ਤੇ ਅਤ ਬਿਦਤ ਬਖਾਨੇ, ਔਰ ਪ੍ਰਗਟ ਤੋਂ ਪ੍ਰਗਟ ਹੈ, ਪ੍ਰਤੱਖ ਵੀ ਹੈ, ਜਾਰਾ ਵੀ ਹੈ। ਬ੍ਰਹਮ ਗਿਆਨੀ ਨੂੰ ਤਾਂ ਹਰ ਵੇਲੇ ਦਿਸ ਰਿਹਾ, ਉਹਦੇ ਮਨ 'ਚ ਤਾਂ ਹਰ ਵੇਲੇ ਹੀ ਪ੍ਰਕਾਸ਼ ਹੈ, ਉਹਨੂੰ ਤਾਂ ਕਦੀ ਭੁੱਲਦਾ ਹੀ ਨਹੀਂ। ਜਿਹੜਾ ਸਾਹਮਣੇ ਸਥੂਲ ਰੂਪ ਵਿੱਚ ਵੀ ਵਿਦਮਾਨ ਹੈ, ਸੂਰਜ ਵੀ ਆਪ ਬਣਿਆ, ਚੰਦਰਮਾ ਵੀ ਆਪ ਬਣਿਆ, ਧਰਤੀ ਵੀ ਬਣਿਆ। ਜਿਹੜਾ ਪਹਾੜ, ਦਰਿਆ, ਸਮੁੰਦਰ, ਨਦੀਆਂ, ਨਾਲੇ, ਸ਼ਹਿਰ, ਪਿੰਡ, ਮਿੱਟੀ, ਸੋਨਾ, ਚਾਂਦੀ, ਹੀਰੇ, ਮੋਤੀ ਸਭ ਆਪ ਹੀ ਬਣਿਆ ਹੋਇਆ ਹੈ। ਜਿਹਨੇ ਸਾਰੇ ਸਰੀਰ 84 ਲੱਖ ਜੂਨਾਂ ਦੇ ਧਾਰਨ ਕੀਤੇ ਹੋਏ ਨੇ, ਸਾਹਮਣੇ ਦਿਸ ਰਿਹਾ ਹੈ। ਆ ਤਾਂ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਹੜਾ ਸੂਖਮ ਤੋਂ ਸੂਖਮ ਹੈ ਤੇ ਸਥੂਲ ਤੋਂ ਸਥੂਲ ਹੈ, ਸੂਖਮ ਤੇ ਸੂਖਮ ਤੇ ਸੂਖਮ ਅਤ ਚੀਨੇ। ਸੂਖਮ ਤੋਂ ਸੂਖਮ ਹੈ। ਜਿਹੜੇ ਪਰਮਾਣੂ ਜਾਂ ਅਣੂ ਜਾਂ ਐਟਮ ਨੇ ਨਾ, ਉਹ ਤਾਂ ਫਿਰ ਵੀ ਖੁਰਦਬੀਨ ਨਾਲ ਦੇਖੇ ਜਾ ਸਕਦੇ ਆ। ਉਹਦੇ ਨਾਲੋਂ ਵੀ ਜੋ ਸੂਖਮ ਹੈ, ਜਿਹੜਾ ਦੇਖਣ ਵਾਲਾ ਹੈ, ਦਿਸਣ ਵਾਲਾ ਨਹੀਂ, ਦੇਖਣ ਵਾਲਾ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜਾ ਦੇਖ ਰਿਹਾ, ਸਾਰੀਆਂ ਚੀਜ਼ਾਂ ਦਾ ਸਾਕਸ਼ੀ ਹੈ, ਉਹੀ ਤਾਂ ਹੈ। ਉਸ ਨੂੰ ਮੈਂ ਜਾਣਨਾ ਚਾਹੁੰਦਾ ਹਾਂ। ਹਾਂਜੀ, ਫੁਰਨ ਪਲਕ ਕੋ ਜਿਸ ਨੇ ਨਾਹੀ, ਆਹਾ ਕਹਿੰਦੇ ਜਿਹਦੇ ਤੋਂ ਬਿਨਾਂ ਅੱਖ ਵੀ ਨਹੀਂ ਫਰਕ ਸਕਦਾ ਬੰਦਾ। ਜਦੋਂ ਬੰਦੇ ਦੀ ਜਾਨ ਨਿਕਲ ਜਾਂਦੀ ਮੁਰਦੇ ਦੀ, ਉਹਦੀਆਂ ਅੱਖਾਂ ਕਈ ਵਾਰੀ ਖੁੱਲੀਆਂ ਰਹਿ ਜਾਂਦੀਆਂ, ਤੇ ਫਿਰ ਜਿਹੜੇ ਕੋਲ ਹੁੰਦੇ ਨੇ ਉਹ ਅੱਖਾਂ ਦੇ ਹੱਥ ਫੇਰ ਕੇ ਅੱਖਾਂ ਬੰਦ ਕਰ ਦਿੰਦੇ ਨੇ। ਪਲਕਾਂ ਵੀ ਡਰਾਉਣੀਆਂ ਲੱਗਦੀਆਂ ਨੇ।
ਪਰ ਜੇ ਉਹ ਅੱਖਾਂ ਆਪਾਂ ਬੰਦ ਨਾ ਕਰੀਏ, ਮੁਰਦੇ ਨੂੰ ਕਹੀਏ ਵੀ ਅੱਖਾਂ ਬੰਦ ਕਰ ਲੈ, ਉਹ ਨਹੀਂ ਕਰ ਸਕਦਾ। ਯਾਨੀ ਅੱਖ ਵੀ ਨਹੀਂ ਜਿਸ ਦੀ ਸੱਤਾ ਤੋਂ ਬਿਨਾਂ ਫਰਕ ਸਕਦੀ, ਉਹੀ ਤਾਂ ਅਸਲ ਹੈ। ਹਾਂਜੀ, ਦੀਨ ਸਚੇਤਨ ਤਾ ਸਭ ਮਾਹੀ। ਉਹਨੇ ਸਾਰਿਆਂ 'ਚ ਆਪਣੀ ਚੇਤਨ ਸੱਤਾ ਪਾਈ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਚੀਟੀ ਕੀੜੀ ਨੂੰ ਕਹਿੰਦੇ ਆ, ਕੁੰਚਰ ਹਾਥੀ ਨੂੰ ਕਹਿੰਦੇ ਆ। ਹਾਥੀ ਵਿੱਚ ਵੀ ਜੋਤ ਉਨੀ ਹੈ ਜਿੰਨੀ ਕੀੜੀ ਵਿੱਚ ਹੈ। ਐਸਾ ਨਹੀਂ ਵੀ ਕੀੜੀ 'ਚ ਆਤਮਾ ਬਰੀਕ ਜਾਂ ਕੀੜੀ 'ਚ ਆਤਮਾ ਛੋਟੀ ਜਾਂ ਹਾਥੀ 'ਚ ਆਤਮਾ ਮੋਟੀ ਹੋਵੇਗੀ। ਨਹੀਂ, ਆਤਮਾ ਤਾਂ ਆਤਮਾ ਹੀ ਹੈ, ਉਹ ਨਾ ਮੋਟੀ ਹੈ ਨਾ ਪਤਲੀ ਹੈ। ਹਾਂਜੀ, ਇਤਿਆਦਕ ਜਿਸ ਵੇਦ ਬਖਾਨੇ, ਜਿਸ ਨੂੰ ਵੇਦ ਇਸ ਤਰ੍ਹਾਂ ਦੱਸਦੇ ਹਨ। ਵੇਦ 4 ਹਨ, ਰਿਗਵੇਦ, ਸਾਮ ਵੇਦ, ਯਜੁਰਵੇਦ, ਅਥਰਵਣ ਵੇਦ। ਚਾਰੇ ਵੇਦ ਇਹ ਕਹਿੰਦੇ ਹਨ ਕਿ ਉਹ ਨੇਤ 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 ਬਨ ਤਿਰਣ ਕਹਿਤ, ਇੱਥੇ ਬਸ ਨਹੀਂ, ਇੱਥੇ ਵੀ ਬਸ ਨਹੀਂ। ਨਾ ਇਤੀ ਨਾ ਇਤੀ ਨਾ ਇਤੀ। ਨੇਤ ਦਾ ਅਰਥ ਹੁੰਦਾ ਨਾ ਇਤੀ। ਕੋਈ ਗ੍ਰੰਥ ਸੰਸਕ੍ਰਿਤ ਦਾ ਲਓ, ਹਿੰਦੀ ਦਾ ਲਓ, ਤੇ ਬਾਅਦ 'ਚ ਲਿਖਿਆ ਇਤੀ ਸਮਾਪਤਮ, ਇੱਥੇ ਗੱਲ ਬੰਦ ਹੈ, ਸਮਾਪਤ ਹੈ, ਇਹ ਕਲੋਜ਼ ਹੋ ਗਈ, ਇਹ ਚੈਪਟਰ, ਇਹ ਪ੍ਰਕਰਨ ਸਮਾਪਤ ਹੋ ਗਿਆ। ਪਰ ਵੇਦ ਪਰਮਾਤਮਾ ਬਾਰੇ ਜਦੋਂ ਗੱਲ ਕਰਦੇ ਆ, ਉਹ ਕਹਿੰਦੇ ਇੱਥੇ ਬੱਸ ਨਹੀਂ ਹੋਈ, ਇੱਥੇ ਵੀ ਬੱਸ ਨਹੀਂ ਹੋਈ, ਅੱਗੇ ਚੱਲੀ ਚੱਲੋ, ਕਹੀ ਚੱਲੋ, ਕਹੀ ਚੱਲੋ, ਮੁੱਕਣੀ ਨਹੀਂ, ਕਿਤੇ ਵੀ ਨਹੀਂ ਮੁੱਕਦੀ। ਵਾਹਿਗੁਰੂ ਦੀ ਕਥਾ ਕਿਤੇ ਵੀ ਮੁੱਕਦੀ ਨਹੀਂ ਹੈ। ਹਾਂਜੀ, ਇੱਕ ਰਸ ਸਦਾ ਸੋ ਗਗਨ ਸਮਾਨੇ। ਉਹ ਪਰਮਾਤਮਾ ਇੱਕ ਰਸ ਲਗਾਤਾਰ ਤੇਲ ਦੀ ਧਾਰਾਵਤ ਹੈ ਤੇ ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਇਹ 5 ਤੱਤਾਂ ਵਿੱਚੋਂ ਸਭ ਤੋਂ ਵੱਡਾ ਜਿਹੜਾ ਵਿਆਪਕ ਉਹ ਹੈ ਆਕਾਸ਼। ਆਕਾਸ਼ ਦੀ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਤੇ ਹੈ। ਜੋ ਪੁਰਖ ਸ਼ਬਦ ਆਉਂਦਾ ਹੈ, ਪੁਰਖ ਮੂਲ ਮੰਤਰ 'ਚ ਵੀ ਆਉਂਦਾ, ਕਰਤਾ ਪੁਰਖ। ਪੁਰ ਮੈਨੇ ਨਗਰੀਆਂ, ਸ਼ਹਿਰ, ਜਿਵੇਂ ਕਰਤਾਰਪੁਰ, ਆਨੰਦਪੁਰ, ਕਾਨਪੁਰ, ਜਬਲਪੁਰ, ਆਨੰਦਪੁਰ, ਇੱਦਾਂ ਆਪਾਂ ਪੁਰੀਆਂ ਕਹਿੰਦੇ ਨਾ। ਤੇ ਪੁਰ ਦੇ ਅੱਗੇ ਖੱਖਾ ਲਾ ਦਿਓ, ਖ। ਖ ਜੋ ਹੈ ਆਕਾਸ਼ ਦਾ ਵਾਚਕ ਹੈ। ਖ ਦਾ ਅਰਥ ਹੁੰਦਾ ਸਕਾਈ, ਖਾਲੀ ਜਗ੍ਹਾ, ਆਕਾਸ਼। ਕੋਈ ਕਿਸੇ ਵੀ ਪੁਰ ਵਿੱਚ ਜਾਓ, ਆਕਾਸ਼ ਤੁਹਾਨੂੰ ਮਿਲੇਗਾ। ਭਾਵੇਂ ਆਪਾਂ ਅਮਰੀਕਾ 'ਚ ਬੈਠੇ ਹਾਂ, ਭਾਵੇਂ ਕਿਤੇ ਚਲੇ ਜੀ, ਆਕਾਸ਼ ਤੋਂ ਬਿਨਾਂ ਕੋਈ ਥਾਂ ਨਹੀਂ। ਤੇ ਅਰਬਾਂ ਖਰਬਾਂ ਮੀਲ ਉੱਪਰ ਚਲੇ ਜਾਓ ਤਾਂ ਵੀ ਆਕਾਸ਼ ਮੁੱਕਦਾ ਨਹੀਂ। ਆਕਾਸ਼ ਵਿਆਪਕ ਹੈ, ਪਰ ਅਕਾਲ ਪੁਰਖ ਆਕਾਸ਼ ਨਾਲੋਂ ਵੀ ਵਿਆਪਕ ਹੈ। ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਕਹਿੰਦੇ ਫਿਰ ਆਕਾਸ਼ ਵਰਗਾ ਹੀ ਹੋਇਆ ਨਾ ਪਰਮਾਤਮਾ? ਨਹੀਂ ਨਹੀਂ, ਆਕਾਸ਼ ਜੜ ਹੈ, ਪਰਮਾਤਮਾ ਚੇਤਨ ਹੈ। ਆਕਾਸ਼ ਦੀ ਤਰ੍ਹਾਂ ਵਿਆਪਕ ਹੈ, ਪਰ ਆਕਾਸ਼ ਦੀ ਤਰ੍ਹਾਂ ਜੜ ਨਹੀਂ ਹੈ। ਸਦ ਸੁਣਦਾ, ਸਦ ਵੇਖਦਾ, ਸਰਬ ਰਿਹਾ ਭਰਪੂਰ। ਸਾਰੀਆਂ ਗੱਲਾਂ ਜਾਣਦਾ ਹੈ, ਅੰਤਰਜਾਮੀ ਹੈ, ਚੇਤਨ ਸਰੂਪ ਹੈ। ਜੜ ਉਹ ਹੁੰਦਾ ਜੋ ਆਪਣੇ ਆਪ ਨੂੰ ਵੀ ਨਾ ਜਾਣੇ, ਦੂਸਰੇ ਨੂੰ ਵੀ ਨਾ ਜਾਣੇ, ਉਹਨੂੰ ਜੜ ਕਹਿੰਦੇ ਹਨ। ਜਿਹੜਾ ਆਪਣੇ ਆਪ ਨੂੰ ਵੀ ਜਾਣੇ ਔਰ ਦੂਏ ਨੂੰ ਵੀ ਜਾਣੇ, ਉਹਨੂੰ ਚੇਤਨ ਕਹਿੰਦੇ ਹਨ। ਪਰਮਾਤਮਾ ਆਪਣੇ ਆਪ ਨੂੰ ਵੀ ਜਾਣਦਾ ਤੇ ਸਭ ਮਾਇਆ ਨੂੰ ਵੀ ਜਾਣਦਾ ਹੈ। ਇਸ ਕਰਕੇ ਚੇਤਨ ਸਰੂਪ ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਸਵਾਗਤ ਸਜਾਤ ਬਿਜਾਤੀ ਭੇਦ ਨਾ। 3 ਪ੍ਰਕਾਰ ਦਾ ਭੇਦ ਉਹਦੇ ਵਿੱਚ ਨਹੀਂ ਹੈ। ਸਜਾਤੀ, ਵਿਜਾਤੀ, ਸਵੈਗਤ, 3 ਪ੍ਰਕਾਰ ਦਾ ਭੇਦ ਹੁੰਦਾ। ਇੱਕ ਚੀਜ਼ ਨਾਲੋਂ ਦੂਜੀ ਦਾ ਫਰਕ। ਸਜਾਤੀ, ਇੱਕ ਜਾਤ ਦੇ ਵਿੱਚ 2 ਬੰਦੇ ਹੁੰਦੇ, 4 ਹੁੰਦੇ, 10 ਹੁੰਦੇ। ਮੰਨ ਲਓ ਬ੍ਰਾਹਮਣ ਇੱਕ ਜਾਤੀ ਹੈ, ਉਸ ਬ੍ਰਾਹਮਣ ਜਾਤੀ 'ਚ ਹਜ਼ਾਰਾਂ ਬ੍ਰਾਹਮਣ ਨੇ, ਇੱਕ ਬ੍ਰਾਹਮਣ ਤੋਂ ਦੂਜਾ ਬ੍ਰਾਹਮਣ ਵੱਖਰਾ ਹੈ। ਜਾਂ ਘੋੜਾ ਇੱਕ ਜਾਤੀ ਮੰਨ ਲਓ, ਤਾਂ ਇੱਕ ਘੋੜੇ ਦੇ ਨਾਲ ਦੂਸਰਾ ਘੋੜਾ ਵੀ ਹੈ, ਉਹ ਹੋ ਗਿਆ ਸਜਾਤੀ ਭੇਦ। ਭੇਦ ਤਾਂ ਹੈ ਨਾ ਦੋਵਾਂ ਵਿੱਚ, ਜਾਤ ਤਾਂ ਇੱਕੋ ਹੀ ਹੈ ਪਰ ਭੇਦ ਹੈ। ਇੱਕ ਇਸਤਰੀ ਹੈ, ਦੂਜੀ ਵੀ ਇਸਤਰੀ ਹੈ, ਇੱਕ ਪੁਰਸ਼ ਹੈ, ਦੂਆ ਵੀ ਪੁਰਸ਼ ਹੈ। ਇੱਕ ਹੁੰਦਾ ਵਿਜਾਤੀ, ਉਲਟੀ ਜਾਤ ਦਾ, ਜਿਵੇਂ ਘੋੜੇ ਦਾ ਹਾਥੀ ਨਾਲ, ਕੁੱਤੇ ਨਾਲ, ਬੰਦੇ ਨਾਲ ਭੇਦ ਹੈ। ਦੋਵੇਂ ਖੜੇ ਹੋਣ, ਕਿਸੇ ਬੱਚੇ ਨੂੰ ਵੀ ਪੁੱਛ ਲਓ, ਕਹੇਗਾ ਇਹ ਘੋੜਾ ਹੈ, ਇਹ ਹਾਥੀ ਹੈ। ਫਰਕ ਹੈ, ਇਹਦਾ ਫਰਕ ਹੈ। ਇਹ ਵਿਜਾਤੀ ਭੇਦ, ਉਲਟਾ ਭੇਦ ਹੋਣਾ, ਭਾਵ ਲੱਛਣਾਂ ਸਹਿਤ ਨਿਰਣਾ ਕਰਕੇ ਕਹਿ ਦੇਣਾ ਵੀ ਇਹ ਚੀਜ਼ ਹੋਰ ਹੈ, ਇਹ ਚੀਜ਼ ਹੋਰ। ਇਹਨੂੰ ਵਿਜਾਤੀ ਭੇਦ ਕਹਿੰਦੇ।
ਸਵੈਗਤ ਭੇਦ, ਆਪਣੇ ਅੰਦਰ ਹੀ ਭੇਦ ਹੋਣਾ। ਸਾਡੇ ਸਰੀਰ ਦੇ ਅੰਦਰ ਵੀ ਭੇਦ ਹੈ। ਹੱਥਾਂ ਦੀਆਂ ਉਂਗਲਾਂ ਲੰਮੀਆਂ, ਪੈਰਾਂ ਦੀਆਂ ਛੋਟੀਆਂ, ਗੋਡਿਆਂ ਦੀ ਬਣਾਵਟ ਹੋਰ ਹੈ, ਕੂਹਣੀਆਂ ਦੀ ਹੋਰ ਹੈ, ਮੋਢਿਆਂ ਦੀ ਹੋਰ ਹੈ, ਪੱਟਾਂ ਦੀ ਹੋਰ ਹੈ, ਪਿੰਨੀਆਂ ਦੀ ਹੋਰ ਹੈ, ਅੱਖਾਂ ਦੀ ਹੋਰ ਹੈ, ਕੰਨਾਂ ਦੀ ਹੋਰ ਹੈ, ਨੱਕ ਦੀ ਹੋਰ ਹੈ। ਆਪਾਂ ਕਹਿ ਸਕਦੇ ਹਾਂ ਅੱਖਾਂ ਨੂੰ ਕੰਨ ਤਾਂ ਨਹੀਂ ਕਹਿ ਸਕਦੇ, ਨੱਕ ਨੂੰ ਆਪਾਂ ਅੱਖ ਨਹੀਂ ਕਹਿ ਸਕਦੇ, ਜਾਂ ਆਪਾਂ ਦੰਦਾਂ ਨੂੰ ਆਪਾਂ ਕੁਝ ਵਾਲ ਨਹੀਂ ਕਹਿ ਸਕਦੇ, ਕੇਸਾਂ ਨੂੰ ਆਪਾਂ ਨੋਹ ਨਹੀਂ ਕਹਿ ਸਕਦੇ। ਉਹ ਫਰਕ ਹੈ। ਆਪਣੇ ਸਰੀਰ ਦੇ ਅੰਦਰ ਕਿੰਨੇ ਫਰਕ ਨੇ। ਪਰਮਾਤਮਾ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਜਾਤੀ ਭੇਦ, ਪਰਮਾਤਮਾ ਦੀ ਜਾਤ ਦਾ ਦੂਜਾ ਪਰਮਾਤਮਾ ਕੋਈ ਨਹੀਂ। ਪਰਮਾਤਮਾ ਦੀ ਜਾਤ ਦਾ ਦੂਜਾ ਪਰਮਾਤਮਾ ਨਹੀਂ, ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ। ਕਹਿੰਦੇ ਵਿਜਾਤੀ ਉਲਟਾ ਹੋਵੇਗਾ ਪਰਮਾਤਮਾ। ਜੇ ਆਪਾਂ ਕਹੀਏ ਵੀ ਸਜਾਤੀ ਨਹੀਂ ਹੈਗਾ ਤਾਂ ਉਹ ਵਿਜਾਤੀ ਦਾ ਹੋਵੇਗਾ। ਕਹਿੰਦੇ ਨਹੀਂ, ਪਰਮਾਤਮਾ ਦੀ ਉਲਟ ਤਰ੍ਹਾਂ ਦਾ, ਦੂਸਰੀ ਤਰ੍ਹਾਂ ਦਾ, ਹੋਰ ਕਿਸਮ ਦਾ ਪਰਮਾਤਮਾ ਵੀ ਕੋਈ ਨਹੀਂ। ਪਰਮਾਤਮਾ ਵਰਗਾ ਸੇਮ ਪਰਮਾਤਮਾ ਵੀ ਕੋਈ ਨਹੀਂ। ਪਰਮਾਤਮਾ ਦੇ ਉਲਟ ਹੋਰ ਨਸਲ ਵਾਲਾ, ਜਿਵੇਂ ਘੋੜੇ ਦੇ ਉਲਟ ਹਾਥੀ ਦੀ ਨਸਲ ਹੁੰਦੀ ਹੈ, ਕੁੱਤੇ ਦੀ ਨਸਲ ਹੁੰਦੀ ਹੈ, ਉਹ ਵੱਖਰੀ ਹੁੰਦੀ ਹੈ। ਇੱਦਾਂ ਰੱਬ ਵਰਗਾ, ਰੱਬ ਦੇ ਉਲਟ ਜਾਤ ਦਾ ਦੂਜਾ ਰੱਬ ਵੀ ਕੋਈ ਨਹੀਂ। ਫਿਰ ਕਹਿੰਦੇ ਰੱਬ ਦੇ ਵਿੱਚ ਇੱਦਾਂ ਦਾ ਭੇਦ ਹੋਵੇਗਾ ਜਿਵੇਂ ਸਾਡੇ ਹੱਥਾਂ ਦੇ ਉਂਗਲਾਂ ਦਾ ਤੇ ਪੈਰਾਂ ਦੀਆਂ ਉਂਗਲਾਂ ਦਾ ਵੱਖਰਾ ਵੱਖਰਾ ਭੇਦ ਹੈ। ਕਹਿੰਦੇ ਨਹੀਂ, ਪਰਮਾਤਮਾ ਦੇ ਸਰੂਪ ਦੇ ਵਿੱਚ ਇੱਦਾਂ ਦਾ ਵੀ ਕੋਈ ਭੇਦ ਨਹੀਂ ਹੈ। ਸਾਰਿਆਂ ਭੇਦਾਂ ਤੋਂ ਰਹਿਤ ਹੈ ਉਹ ਵਾਹਿਗੁਰੂ ਦਾ ਸਰੂਪ। ਹਾਂਜੀ, ਦੇਸ਼ ਕਾਲ ਵਸਤੂ ਜੋ ਪ੍ਰਸ਼ੇਦ ਨਾ, ਉੱਥੇ ਦੇਸ਼ ਕਾਲ ਵਸਤੂ ਦਾ ਪ੍ਰਸ਼ੇਦ ਵੀ ਨਹੀਂ ਹੈ। ਦੇਸ਼ ਕਹਿੰਦੇ ਨੇ ਜਗ੍ਹਾ ਨੂੰ, ਜਿੱਥੇ ਆਪਾਂ ਬੈਠੇ ਹਾਂ ਇਸ ਵੇਲੇ, ਇਸ ਟਾਈਮ ਤੇ ਸੇਮ ਟਾਈਮ ਤੇ ਅਸੀਂ ਦੂਜੀ ਥਾਂ ਤੇ ਨਹੀਂ ਬਹਿ ਸਕਦੇ। ਆਖੋ ਵਾਹਿਗੁਰੂ। ਇਸ ਟਾਈਮ ਅਸੀਂ ਅਮਰੀਕਾ 'ਚ ਬੈਠੇ ਹਾਂ, ਸੇਮ ਟਾਈਮ ਤੇ 2-2.5 ਫੁੱਟ ਅਸੀਂ ਜਗ੍ਹਾ ਘੇਰਦੇ ਹਾਂ। 2 ਫੁੱਟ ਸਾਡੇ ਗੋਡਿਆਂ ਤੱਕ, 2.5 ਫੁੱਟ ਬਹੁਤ ਤਗੜਾ ਬੰਦਾ ਹੋਏਗਾ 2.5 ਫੁੱਟ ਘੇਰ ਲੇਗਾ। ਉਹ 2.5 ਫੁੱਟ ਜਗ੍ਹਾ ਜਿਹੜੀ ਅਸੀਂ ਇਸ ਟਾਈਮ ਘੇਰੀ ਹੋਈ ਹੈ, ਉਹ ਸਾਡਾ ਦੇਸ਼ ਹੈ। ਮੰਜੇ ਤੇ ਲੰਮੇ ਪਏ ਹਾਂ, 6 ਫੁੱਟ ਸਾਡਾ ਕੱਦ ਹੋਵੇ, ਉਹ 6 ਫੁੱਟ ਸਾਡਾ ਦੇਸ਼ ਹੈ। ਉੱਥੇ ਆ ਸੇਮ ਟਾਈਮ ਤੇ ਅਸੀਂ ਕਹੀਏ ਵੀ ਇਸ ਮੰਜੇ ਤੇ ਵੀ ਲੇਟੇ ਹਾਂ ਤੇ ਇੰਡੀਆ ਵਿੱਚ ਵੀ ਅਸੀਂ ਘੁੰਮ ਰਹੇ ਹਾਂ, ਇੱਦਾਂ ਨਹੀਂ ਹੋ ਸਕਦਾ। ਪਰ ਪਰਮਾਤਮਾ ਇੱਥੇ ਵੀ ਹੈ ਇਸ ਟਾਈਮ ਤੇ, ਉੱਥੇ ਵੀ ਹੈ ਇਸ ਟਾਈਮ ਤੇ। ਆਖੋ ਸ੍ਰੀ ਵਾਹਿਗੁਰੂ। ਸੇਮ ਟਾਈਮ ਤੇ ਅਸੀਂ ਸਰਬ ਵਿਆਪਕ ਨਹੀਂ ਹੋ ਸਕਦੇ। ਪਰਮਾਤਮਾ ਸੇਮ ਟਾਈਮ ਤੇ ਸਰਬੱਤਰ ਵਿਆਪਕ ਹੈ। ਇਸ ਕਰਕੇ ਦੇਸ਼ ਦਾ ਪ੍ਰਸ਼ੇਦ ਨਹੀਂ ਹੈ। ਕਾਲ ਦਾ, ਟਾਈਮ ਦਾ, ਸਾਡਾ ਟਾਈਮ ਕਿਸੇ ਦੇ ਕੋਲ 50 ਸਾਲ ਦੀ ਜ਼ਿੰਦਗੀ, ਕਿਸੇ ਕੋਲ 100 ਸਾਲ ਦੀ ਜ਼ਿੰਦਗੀ ਹੈ। ਇਹ ਸਾਡਾ ਟਾਈਮ ਹੈ, ਇਹਨੂੰ ਕਾਲ ਕਹਿੰਦੇ ਆ। ਇੱਕ ਦਿਨ ਅਸੀਂ ਜੰਮੇ ਸੀ, ਇੱਕ ਦਿਨ ਇਹ ਸਰੀਰ ਨੇ ਮਰ ਜਾਣਾ ਹੈ। ਇਹ ਟਾਈਮ ਹੈ। ਇਹ ਪਰਮਾਤਮਾ ਸਾਡੇ ਜੰਮਣ ਤੋਂ ਪਹਿਲੇ ਵੀ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਦਾ ਹੀ ਹੈ। ਫਿਰ ਕਹਿੰਦੇ ਵਸਤੂ ਪ੍ਰਸ਼ੇਦ। ਵਸਤੂ, ਇੱਕ ਵਸਤੂ ਨਾਲੋਂ ਦੂਜੀ ਵਸਤੂ ਦਾ ਫਰਕ ਹੁੰਦਾ। ਪਰਮਾਤਮਾ ਕੋਈ ਐਸੀ ਵਸਤੂ ਨਹੀਂ ਜਿਹਦੇ ਵਰਗੀ ਕੋਈ ਦੂਜੀ ਵਸਤੂ ਹੋਵੇ। ਇਸ ਕਰਕੇ ਦੇਸ਼ ਤੋਂ, ਕਾਲ ਤੋਂ, ਵਸਤੂ ਤੋਂ ਰਹਿਤ ਹੈ ਵਾਹਿਗੁਰੂ। ਚਾਰੋ ਵੇਦ ਕਰ ਹੈ ਸੋ ਬਤਾਵਨ। ਚਾਰੇ ਵੇਦ ਇਹੀ ਗੱਲ ਕਹਿੰਦੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸਾਰੇ ਵੇਦ ਸ਼ਾਸਤਰ ਇਹ ਪੁਕਾਰ ਕੇ ਇਹੀ ਗੱਲ ਦੱਸਦੇ ਨੇ। ਜੋ ਉੱਤਮ ਉਪਨਿਸ਼ਦ ਹੈ ਪਾਵਨ। ਜਿਹੜਾ ਵੇਦਾਂ ਵਿੱਚ ਉਪਨਿਸ਼ਦਾਂ ਦਾ ਹਿੱਸਾ ਹੈ। ਉਪਨਿਸ਼ਦ ਜਿਹੜੇ ਹਨ ਸਾਧ ਸੰਗਤ ਜੀ, ਵੇਦ ਦੇ 3 ਹਿੱਸੇ ਮੰਨੇ ਜਾਂਦੇ ਆ। ਇੱਕ ਹੈ ਕਰਮ ਕਾਂਡ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਜੀਣਾ ਕਿੱਦਾਂ ਹੈ, ਕਿਹੜਾ ਕੰਮ ਕਰਨਾ ਹੈ, ਕਿਹੜਾ ਨਹੀਂ ਕਰਨਾ। ਇੱਕ ਤਰ੍ਹਾਂ ਦੀ ਰਹਿਤ ਮਰਿਆਦਾ, ਜੀਵਨ ਦਾ ਡਿਸਿਪਲਨ, ਜੀਵਨ ਜਾਚ, ਉਹਨੂੰ ਵੇਦ ਕਹਿੰਦੇ ਆ। ਦੂਸਰਾ ਭਗਤੀ ਦਾ, ਜਿਹਦੇ 'ਚ ਪ੍ਰਮਾਤਮਾ ਦੀ, ਵਾਹਿਗੁਰੂ ਦੀ ਭਗਤੀ ਕਰਨੀ, ਕੀਰਤਨ ਕਰਨਾ, ਨਾਮ ਜਪਣਾ, ਉਸ ਪ੍ਰਮਾਤਮਾ ਨੂੰ ਯਾਦ ਕਰਨਾ। ਇਹ ਹੈ ਉਪਾਸ਼ਨਾ ਭਗਤੀ। ਤੀਸਰਾ ਹੈ ਗਿਆਨ ਕਾਂਡ। ਵੇਦ ਦਾ 80% ਹਿੱਸਾ ਜਿਹੜਾ ਹੈ ਉਹ ਹੈ ਕਰਮ ਕਾਂਡ, 16% ਹੈ ਭਗਤੀ ਕਾਂਡ, 4% ਹੈ ਗਿਆਨ ਕਾਂਡ। ਜਿਵੇਂ ਦੁੱਧ ਵਿੱਚੋਂ ਮੱਖਣ ਕੱਢ ਲਈਦਾ,
ਇੱਦਾਂ ਵੇਦ ਦਾ ਮੱਖਣ ਜਿਹੜਾ ਹੈ ਉਹ ਉਪਨਿਸ਼ਦ ਹੈ। ਉਪਨਿਸ਼ਦ ਵਿੱਚ ਦੱਸਿਆ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਮੈਂ ਕੌਣ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ, ਇਹ ਸੰਸਾਰ ਦਾ ਮਾਇਆ ਦਾ ਪਸਾਰਾ ਕੀ ਹੈ। ਜਿਹੜਾ ਉਪਨਿਸ਼ਦਾਂ ਦਾ ਗਿਆਨ ਹੈ ਗੁਰੂ ਜੀ, ਈਚ ਪਾਰਸੀ ਸਭ ਲਿਖਵਾਈ। ਤਾਂ ਰਸ਼ਕੋ ਕਹਿੰਦਾ ਮੈਂ ਉਹ ਸਿਰਫ ਉਪਨਿਸ਼ਦਾਂ ਵਾਲਾ ਜਿਹੜਾ ਗਿਆਨ ਕਾਂਡ ਹੈ ਉਹ ਮੈਂ ਫਾਰਸੀ ਵਿੱਚ ਟਰਾਂਸਲੇਸ਼ਨ ਕਰਾਈ ਹੈ, ਫਾਰਸੀ ਵਿੱਚ ਉਲੱਥਾ ਕਰਵਾਇਆ। ਕਿਉਂ? ਜਿਹੜੇ ਮੁਸਲਮਾਨ ਜਾਂ ਫਾਰਸੀ ਪੜ੍ਹੇ ਲੋਕ ਨੇ ਉਹ ਵੀ ਲਾਭ ਉਠਾ ਲੈਣ। ਗਿਆਨ ਜਿਹੜਾ ਉਹ ਵੇਦਾਂ ਦਾ ਗਿਆਨ ਹੈ ਉਹ ਸਾਰੇ ਲੋਕਾਂ ਕੋਲ ਪਹੁੰਚ ਜਾਵੇ। ਇਸ ਕਰਕੇ ਗੁਰੂ ਜੀ ਮੈਂ ਫਾਰਸੀ ਵਿੱਚ ਉਪਨਿਸ਼ਦਾਂ ਦੀ ਕਥਾ ਲਿਖਵਾ ਲਈ ਹੈ। ਆਦ ਅੰਤ ਲੋ ਨੀਕ ਬਣਾਈ। ਔਰ ਬੜੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਲਿਖਵਾਈ। ਬੜੇ ਬੜੇ ਵਿਦਵਾਨ ਫਾਰਸੀ ਪੜ੍ਹੇ ਲੋਕਾਂ ਕੋਲੋਂ, ਜਿਹੜੇ ਸੰਸਕ੍ਰਿਤ ਦੇ ਵੀ ਵਿਦਵਾਨ ਸਨ ਔਰ ਵੇਦਾਂ ਨੂੰ ਚੰਗਾ ਸਮਝਦੇ ਸਨ। ਗਿਆਨ ਉਹਨਾਂ ਕੋਲ ਇੰਨਾ ਸੀ, ਕਿਉਂਕਿ ਵੇਦ ਸਮਝਣਾ ਕੋਈ ਸੌਖਾ ਕੰਮ ਨਹੀਂ ਜੇ, ਕੋਈ ਖਾਲਾ ਜੀ ਦਾ ਵਾੜਾ ਨਹੀਂ ਵੇਦ ਨੂੰ ਸਮਝਣਾ। ਬੜੇ ਸਾਲਾਂ ਦੀ ਮਿਹਨਤ, ਤਪੱਸਿਆ, ਗੁਰੂ ਦੀ ਕਿਰਪਾ, ਫਿਰ ਜਾ ਕੇ ਸਮਝ ਆਉਂਦੀ। ਫਿਰ ਉਹਦੀ ਦੂਜੀ ਬੋਲੀ ਦੇ ਵਿੱਚ ਲਿਖਣਾ ਉਹਨੂੰ। ਪਹਿਲਾਂ ਤਾਂ ਗ੍ਰੰਥ ਸਮਝਣਾ ਹੀ ਔਖਾ, ਪੜ੍ਹਨਾ ਹੀ ਔਖਾ ਵੇਦ ਨੂੰ, ਫਿਰ ਪੜ੍ਹ ਕੇ ਦੂਜੀ ਬੋਲੀ 'ਚ ਉਹਦਾ ਟਰਾਂਸਲੇਸ਼ਨ, ਅਨੁਵਾਦ ਕਰਨਾ, ਇਹ ਮੈਂ ਕੰਮ ਕਰਵਾਇਆ ਹੈ ਗੁਰੂ ਜੀ। ਸਕਲ ਪਠੀ ਮੈਂ ਭਲੇ ਵਿਚਾਰੀ। ਮੈਂ ਉਹ ਫਾਰਸੀ ਵਿੱਚ ਸਾਰੀ ਉਪਨਿਸ਼ਦਾਂ ਦੀ ਬ੍ਰਹਮ ਵਿਦਿਆ ਪੜ੍ਹੀ ਵੀ ਹੈ, ਉਹਨੂੰ ਵਿਚਾਰਿਆ ਵੀ ਹੈ। ਸਾਰ ਅਸਾਰਜ ਨਾਵਤ ਸਾਰੀ। ਉਹ ਸਾਰੀ ਵਿਦਿਆ ਮੈਨੂੰ ਬ੍ਰਹਮ ਗਿਆਨ ਦੀ ਜਾਪੀ ਹੈ। ਉਹਦੇ ਵਿੱਚੋਂ ਮੈਨੂੰ ਪਤਾ ਲੱਗਾ ਵੀ ਸਾਰ ਕੀ ਹੈ ਤੇ ਆਸਾਰ ਕੀ ਹੈ, ਯਾਨੀ ਦੁੱਧ ਕੀ ਹੈ, ਲੱਸੀ ਕੀ ਹੈ ਤੇ ਮੱਖਣ ਕੀ ਹੈ। ਆਖੋ ਸ੍ਰੀ ਵਾਹਿਗੁਰੂ। ਕਬੀਰ ਸੰਤੋਂ ਮੱਖਣ ਖਾਇਆ, ਛਾਛ ਪੀਆ ਸੰਸਾਰ। ਸੰਤਾਂ ਨੇ ਮੱਖਣ ਖਾ ਲਿਆ ਬ੍ਰਹਮ ਗਿਆਨ ਦਾ। ਦੁਨੀਆ ਲੱਸੀ ਪੀਂਦੀ ਪੀਵੀ ਜਾਵੇ, ਦੁਨੀਆ ਲੱਸੀ 'ਚ ਰਹਿੰਦੀ ਹੈ। ਦੇਖਿਆ ਗਿਆ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਤੇ ਭਾਵੇਂ ਅੱਜ ਕੱਲ੍ਹ ਦਾ ਸਿੱਖ ਹੈ, ਆਪਾਂ ਵੀ ਸਾਰੇ ਲੱਸੀ ਦੇ ਵਿੱਚ ਹੀ ਮਧਾਣੀ, ਪਾਣੀ 'ਚ ਬਾਈ ਬੈਠੇ। ਲੱਸੀ ਵੀ ਦੂਰ ਦੀ ਗੱਲ ਹੈ, ਮੱਖਣ ਤੇ ਕੋਈ ਕੋਈ ਖਾਂਦਾ ਹੈ। ਕਬੀਰ ਸੰਤੋਂ ਮੱਖਣ ਖਾਇਆ। ਸੰਤਾਂ ਨੇ ਤੇ ਬ੍ਰਹਮ ਗਿਆਨ ਦਾ ਮੱਖਣ ਖਾ ਲਿਆ ਤੇ ਛਾਛ ਪੀਆ ਸੰਸਾਰ। ਸੰਸਾਰ ਦੇ ਲੋਕ ਫੋਕੀਆਂ ਰਸਮਾਂ ਰਿਵਾਜਾਂ 'ਚ ਪਏ ਰਹਿਣਗੇ। ਕੀ ਹੋਇਆ, ਕਿਵੇਂ ਹੋਇਆ, ਕਿੱਦਾਂ ਹੋਇਆ, ਬਸ ਸਾਰੀ ਉਮਰ ਕਿੰਤੂ ਪਰੰਤੂ 'ਚ ਲੰਘ ਜਾਂਦੀ ਹੈ। ਮਹਾਰਾਜ, ਮੈਂ ਜਾਣ ਲਿਆ ਹੈ ਕਿ ਆਤਮਾ ਹੀ ਪਰਮਾਤਮਾ ਹੈ। ਆਤਮ ਗਿਆਨ ਤੋਂ ਬਿਨਾਂ ਕਿਸੇ ਨੂੰ ਵੀ ਮੁਕਤੀ ਨਹੀਂ ਮਿਲ ਸਕਦੀ। ਭੇਟੇ ਬਹੁ ਉੱਤਮ ਸੰਨਿਆਸੀ। ਇਹ ਮਹਾਰਾਜ, ਮੈਨੂੰ ਬੜੇ ਬੜੇ ਸੰਨਿਆਸੀ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਹੈ। ਕਿਰਪਾ ਠਾਨ ਪਾਖਿਓ ਮੁਝ ਪਾਸੀ। ਉਹਨਾਂ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਜਿਹੜੇ ਸੰਸਾਰ ਤੋਂ ਵਿਰਕਤ ਹੋ ਗਏ। ਕਿਉਂਕਿ ਸਾਧ ਸੰਗਤ ਜੀ, ਗਿਆਨ ਦੀਆਂ ਗੱਲਾਂ ਕਰਨੀਆਂ ਸੌਖੀਆਂ, ਪਰ ਸੰਸਾਰ ਦਾ ਮੋਹ ਛੱਡਣਾ ਬੜਾ ਔਖਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਨੇ ਜਿਹੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਜਿਨ੍ਹਾਂ ਨੇ ਸੰਸਾਰ ਦਾ ਮੋਹ ਛੱਡਿਆ ਹੈ। ਮੁਰਸ਼ਦ ਮੀਆਂ ਮੀਰ ਮਹਾਨਾ। ਕਹਿੰਦੇ ਮੇਰੇ ਗੁਰੂ ਮੁਰਸ਼ਦ ਸਾਈਂ ਮੀਆਂ ਮੀਰ ਜੀ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਜਿਸ ਕੀ ਮਿਹਰ ਹਤਿਓ ਅਗਿਆਨਾ। ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਮੇਰੇ ਮਨ ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਕਿਉਂਕਿ ਮੁਰਸ਼ਦ ਤੋਂ ਬਿਨਾਂ ਸਾਧ ਸੰਗਤ ਜੀ ਪਰਦਾ ਚੁੱਕਿਆ ਨਹੀਂ ਜਾਂਦਾ। ਤੇ ਮੈਨੂੰ ਪੂਰੇ ਗੁਰੂ, ਮੇਰੇ ਸੁਆਮੀ, ਮੇਰੇ ਮਾਲਕ, ਮੇਰੇ ਮੁਰਸ਼ਦ, ਆਪਾਂ ਗੁਰੂ ਕਹਿੰਦੇ ਆ, ਉਹ ਮੁਰਸ਼ਦ ਕਹਿੰਦੇ। ਜਿਹੜਾ ਗਿਆਨ ਦੇਵੇ ਉਹਨੂੰ ਮੁਰਸ਼ਦ ਕਹਿੰਦੇ। ਤਾਂ ਮੀਆਂ ਮੀਰ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ। ਤਿਨ ਕੋ ਸੰਗ ਭਇਓ ਮੁਜਨੀਕਾ। ਮੈਨੂੰ ਮਹਾਂਪੁਰਸ਼ਾਂ ਦਾ ਸਵਾਮੀ ਮੀਆਂ ਮੀਰ ਜੀ ਦਾ ਸੰਗ ਪ੍ਰਾਪਤ ਹੋ ਗਿਆ, ਉਹਨਾਂ ਦੀ ਸੰਗਤ ਮਿਲ ਗਈ। ਜਨਮ ਮਰਨ ਘਾਟਿਓ ਦੁਖ ਜੀ ਕਾ। ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਸਾਈਂ ਮੀਆਂ ਮੀਰ ਜੀ ਨੇ ਮੇਰਾ ਜਨਮ ਮਰਨ ਕੱਟ ਦਿੱਤਾ ਹੈ। ਤਿੰਨ ਟਿਗ ਮੈਂ ਅਭਿਆਸ ਕਮਾਵਾ। ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਮੈਂ ਆਤਮ ਵਿਦਿਆ ਦਾ ਅਭਿਆਸ ਕੀਤਾ ਹੈ। ਸਾਧ ਸੰਗਤ ਜੀ, ਇਹ ਚਿੰਤਨ ਕਰਨਾ ਪੈਂਦਾ, ਬਾਰ-ਬਾਰ ਸਿਮਰਨ, ਵਾਹਿਗੁਰੂ 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 ਕਰਦੇ ਹੋਏ ਆਪਣੇ ਅੰਦਰ ਜਾਣਾ ਹੈ। ਬਾਹਰ ਤਾਂ ਕੁਛ ਨਹੀਂ, ਅੰਦਰ ਹੀ ਖੋਜਣਾ। ਅੰਦਰ ਜਾਂਦੇ 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 ਅੰਦਰ ਹੀ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਹੁੰਦੇ। ਸੋ ਮੈਂ ਸਾਈਂ ਮੀਆਂ ਮੀਰ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਨਾਮ ਅਭਿਆਸ ਕੀਤਾ ਹੈ। ਅੰਤਰ ਬ੍ਰਿਤੀ ਮੋਹਿ ਮਨ ਲਾਵਾ। ਉਹਨਾਂ ਦੀ ਕਿਰਪਾ ਨਾਲ ਮੇਰੀ ਬਿਰਤੀ ਅੰਤਰਮੁਖੀ ਹੋ ਗਈ ਹੈ।
ਮਨ ਟਿਕ ਗਿਆ ਹੈ। कीनस बहु संतन की संगत। ਮਹਾਰਾਜ ਮੈਂ ਬਹੁਤ ਮਹਾਪੁਰਸ਼ਾਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਦੀ ਸੰਗਤ ਕੀਤੀ ਹੈ। बैठत रहे तिन भी पंगत। ਉਹਨਾਂ ਮਹਾਪੁਰਸ਼ਾਂ ਦੀ ਪੰਗਤ 'ਚ ਬੈਠਦਾ ਰਿਹਾ ਜਿਹੜੇ ਆਤਮ ਗਿਆਨੀ ਸਨ, ਬ੍ਰਹਮ ਗਿਆਨੀ ਸਨ। निस दिन इम मुझको सब जान्यो। ਹਾਂ, ਦਿਨ ਰਾਤ ਮੈਂ ਇਹ ਕਰਦਾ ਰਿਹਾ। ਉਹਨਾਂ ਨੇ ਮੈਨੂੰ ਸਮਝਾਇਆ ਵੀ ਇਹ ਹੈ ਗੱਲ, ਇੱਥੇ ਗੱਲ ਰੁਕੀ ਹੋਈ ਹੈ। ਜੀਵ ਮੈਂ ਨਹੀਂ ਛੱਡਦਾ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਜੰਮਿਆ, ਮੈਂ ਮਰਿਆ, ਇੱਦਾਂ ਇਹਨੂੰ ਮਹਿਸੂਸ ਹੁੰਦਾ ਹੈ। ਪਰ ਇਹਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਮੈਂ ਅਕਾਲ ਪੁਰਖ ਦੀ ਜੋਤ ਹਾਂ, ਮੈਂ ਜੰਮਣ ਮਰਨ ਵਾਲਾ ਹੈ ਹੀ ਨਹੀਂ। न किस जन्मै न किस मरै, आपन चलत आप ही करै, आमन जामन दृष्ट अनदृष्ट, आग्याकारी धारी सब सृष्ट, आपे आप सगल मैं आप। ਉਹ ਜਿਹੜਾ ਬ੍ਰਹਮ ਗਿਆਨ ਦਾ ਸਾਖਸ਼ਾਤ ਹੋਣਾ, ਉਹ ਮੈਨੂੰ ਗੁਰੂ ਪੂਰੇ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਪਤਾ ਲੱਗਾ ਹੈ। ਮੇਰੇ ਤੁਰ ਕਨਰੋ ਰੱਬ ਹਠਾਨਿਆ। ਪਰ ਜਦੋਂ ਮਹਾਰਾਜ ਮੇਰਾ ਮਨ ਟਿਕ ਗਿਆ, ਮੇਰੀ ਸੰਤੁਸ਼ਟੀ ਹੋ ਗਈ, ਮੈਨੂੰ ਆਨੰਦ ਆ ਗਿਆ, ਮੈਨੂੰ ਬ੍ਰਹਮ ਦੇ ਸਰੂਪ ਦਾ ਸਾਖਸ਼ਾਤ ਹੋ ਗਿਆ। ਮੇਰੀ ਬਰਾਦਰੀ ਦੇ ਮੁਸਲਮਾਨ ਤੁਰਕਾਂ ਨੇ, ਮੇਰੇ ਭਰਾਵਾਂ ਨੇ ਮੇਰੇ ਖਿਲਾਫ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਸ਼ਰ੍ਹਾ ਦੇ ਸੰਗਲ 'ਚ ਬੰਨੇ ਹੋਏ ਨੇ, ਜਿਹੜੇ ਕਹਿੰਦੇ ਨੇ ਇਸਲਾਮ ਦੀ ਸ਼ਰ੍ਹਾ ਇਹ ਕਹਿੰਦੀ ਇਸ ਤੋਂ ਬਾਹਰ ਨਹੀਂ ਜਾਣਾ, ਉਹ ਬੰਦਿਆਂ ਨੂੰ ਆਤਮ ਗਿਆਨ ਦਾ ਪਤਾ ਹੀ ਨਹੀਂ ਲੱਗਦਾ, ਤੇ ਉਹਨਾਂ ਨੇ ਬੜਾ ਰੌਲਾ ਪਾਇਆ ਹੈ ਮੇਰੇ ਖਿਲਾਫ। ਦੀਨ ਸ਼ਰਾਤੇ ਹੋਇਓ ਬਾਹਰ। ਉਹ ਇਹ ਕਹਿੰਦੇ ਨੇ ਵੀ ਦਾਰਾ ਸ਼ਿਕੋ ਸ਼ਰ੍ਹਾ ਤੋਂ, ਦੀਨ ਤੋਂ ਬਾਹਰ ਚਲਾ ਗਿਆ, ਦੀਨ ਦੀ ਸ਼ਰ੍ਹਾ ਛੱਡ ਦਿੱਤੀ ਹੈ, ਇਹ ਮੁਸਲਮਾਨ ਨਹੀਂ ਰਿਹਾ ਹੁਣ, ਇਹ ਪੱਕਾ ਮੁਸਲਮਾਨ ਨਹੀਂ ਹੈ, ਇਹ ਤਾਂ ਐਵੇਂ ਮੁਸਲਮਾਨਾਂ ਨੂੰ ਕਲੰਕ ਲੱਗਾ ਹੋਇਆ, ਇਹਨੇ ਤਾਂ ਹਿੰਦੂਆਂ ਦੇ ਗ੍ਰੰਥ ਪੜ੍ਹਨੇ ਸ਼ੁਰੂ ਕਰ ਦਿੱਤੇ ਨੇ, ਇਹ ਤਾਂ ਹਿੰਦੂਆਂ ਦੇ ਸੰਤਾਂ ਕੋਲ ਬੈਠਦਾ ਹੈ। ਇੱਦਾਂ ਦੀਆਂ ਗੱਲਾਂ ਕੱਟੜ ਮੁਸਲਮਾਨਾਂ ਨੇ ਮੇਰੇ ਖਿਲਾਫ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਜਹ ਕਹਿ ਕਰੈ ਮੁਲਾਨੇ ਜ਼ਾਹਰ। ਮਹਾਰਾਜ ਜਿੱਥੇ ਕਿੱਥੇ ਮੁਲਾਣੇ ਜਿਹੜੇ ਮੁਸਲਮਾਨ ਕੱਟੜ ਨੇ, ਉਹ ਮੇਰੇ ਖਿਲਾਫ ਫਤਵੇ ਲਾਈ ਜਾਂਦੇ ਆ ਵੀ ਦਾਰਾ ਸ਼ਿਕੋ ਧਰਮ ਤੋਂ ਪਤਿਤ ਹੋ ਗਿਆ, ਇਹ ਇਸਲਾਮ ਤੋਂ ਗਿਰ ਗਿਆ, ਇਹ ਇਸਲਾਮ ਤੋਂ ਬਾਹਰ ਹੋ ਗਿਆ, ਇਹ ਤਾਂ ਹਿੰਦੂਆਂ ਦੀਆਂ ਕਿਤਾਬਾਂ ਪੜ੍ਹਦਾ, ਹਿੰਦੂ ਫਕੀਰਾਂ ਕੋਲ ਬੈਠਦਾ। ਹਾਲਾਂਕਿ ਮੇਰੀ ਨਿਗਾਹ ਵਿੱਚ ਹੁਣ ਹਿੰਦੂ ਮੁਸਲਮਾਨ ਕੋਈ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਜਦੋਂ ਬ੍ਰਹਮ ਗਿਆਨ ਹੁੰਦਾ ਫਿਰ ਸਾਧ ਸੰਗਤ ਜੀ ਮਾਂ ਜਾਤ ਮਜ਼ਹਬ ਧਰਮ ਦਾ ਨਹੀਂ ਰਹਿੰਦਾ। ਇਹ ਤਾਂ ਬਾਣੀ ਦਸਮ ਪਾਤਸ਼ਾਹ ਜੀ ਨੇ ਲਿਖ ਹੀ ਦਿੱਤਾ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਜਾਤੇ ਛੂਟ ਗਏ ਭਰਮ ਉਰਕਾ, ਤੇ ਆਗੇ ਹਿੰਦੂ ਕਿਆ ਤੁਰਕਾ। ਉਹ ਜਿਹਦੇ ਵਿੱਚੋਂ ਭਰਮ ਨਿਕਲ ਗਿਆ, ਉਹਨੂੰ ਹਿੰਦੂ ਮੁਸਲਮਾਨ ਦਾ ਕਿਆ ਰੌਲਾ ਹੈ। ਉਹਨੇ ਤਾਂ ਪ੍ਰਮਾਤਮਾ ਦੇਖਿਆ ਸਾਰਿਆਂ ਵਿੱਚ। ਪਰ ਜਿਹੜੇ ਮੇਰੇ ਵਰਗੇ ਅੰਨੇ ਲੋਕ ਨੇ, ਕੱਟੜ ਮੁਤੱਸਬੀ ਲੋਕ, ਉਹ ਲਕੀਰਾਂ ਖਿੱਚ ਖਿੱਚ ਬਹਿੰਦੇ ਨੇ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਕੋਲ ਨਹੀਂ ਜਾਣਾ, ਅਸੀਂ ਮੁਸਲਮਾਨ ਹਾਂ, ਅਸੀਂ ਹਿੰਦੂ ਕੋਲ ਨਹੀਂ ਜਾਣਾ, ਅਸੀਂ ਸਿੱਖ ਹਾਂ, ਅਸੀਂ ਕਿਸੇ ਦੂਜੇ ਧਰਮ ਦੇ ਬੰਦੇ ਨਾਲ ਗੱਲ ਨਹੀਂ ਕਰਨੀ। ਖਾਲਸਾ ਜੀ ਕਦੀ ਕਲਗੀਧਰ ਨੂੰ ਪੁੱਛਿਆ ਕਿ ਗੁਰਬਾਣੀ ਦਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਭਗਤਾਂ ਦੀ ਬਾਣੀ ਵੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਭਗਤਾਂ ਦੀ ਬਾਣੀ ਵੀ ਹੈ, ਬ੍ਰਾਹਮਣਾਂ ਦੀ ਵੀ ਹੈ ਤੇ ਸ਼ੂਦਰਾਂ ਦੀ ਵੀ ਹੈ। ਕਿਉਂ? ਸਾਨੂੰ ਲੱਗਦੇ ਆ ਬ੍ਰਾਹਮਣ, ਸਾਨੂੰ ਲੱਗਦੇ ਆ ਸ਼ੂਦਰ, ਸਾਨੂੰ ਲੱਗਦੇ ਆ ਹਿੰਦੂ, ਸਾਨੂੰ ਲੱਗਦੇ ਮੁਸਲਮਾਨ। ਉਹ ਤਾਂ ਬ੍ਰਹਮ ਗਿਆਨੀ ਨੇ। ਬ੍ਰਹਮ ਗਿਆਨੀ ਦੀ ਕੋਈ ਜਾਤ ਨਹੀਂ ਹੁੰਦੀ, ਬ੍ਰਹਮ ਗਿਆਨੀ ਦਾ ਕੋਈ ਧਰਮ ਨਹੀਂ ਹੁੰਦਾ, ਇਹੋ ਉਹਨਾਂ ਦਾ ਇੱਕੋ ਹੀ ਧਰਮ ਹੁੰਦਾ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਉਸ ਵਾਹਿਗੁਰੂ ਦੇ ਰੰਗ 'ਚ ਹੀ ਰਹਿਣਾ, ਇਹੀ ਧਰਮ ਹੁੰਦਾ। ਬਾਕੀ ਗੱਲਾਂ ਦੇ ਥੱਲੇ ਰਹਿ ਜਾਂਦੀਆਂ। ਤੇ ਦਾਰਾ ਸ਼ਿਕੋ ਕਹਿੰਦਾ ਮਹਾਰਾਜ ਮੈਨੂੰ ਤਾਂ ਤੁਸੀਂ ਉਹ ਰੰਗ ਬਖਸ਼ਿਆ ਹੋਇਆ, ਪਰ ਜਿਹੜੇ ਲੋਕ ਨੇ, ਕੱਟੜ ਲੋਕ ਨੇ, ਉਹ ਮੈਨੂੰ ਜੀਣ ਨਹੀਂ ਦਿੰਦੇ, ਉਹ ਮੇਰੇ ਤੇ ਤੋਹਮਤਾਂ ਲਾਉਂਦੇ ਨੇ ਕਿ ਇਹ ਦਾਰਾ ਸ਼ਿਕੋ ਇਸਲਾਮ ਤੋਂ ਬਾਹਰ ਚਲਾ ਗਿਆ ਹੈ। ਤਬ ਨ ਰੰਗ ਬਾਦੀ ਜੋ ਕਸ਼ੀਲ। ਜਿਹੜਾ ਮੇਰਾ ਛੋਟਾ ਭਰਾ ਹੈ ਔਰੰਗਜ਼ੇਬ, ਬੜਾ ਬਾਦੀ ਹੈ, ਝਗੜਾਲੂ ਹੈ, ਉਹਦਾ ਸੁਭਾਅ ਬੜਾ ਭੈੜਾ ਹੈ, ਚੰਦਰਾ ਸੁਭਾਅ ਹੈ ਉਹਦਾ। ਹਿਤ ਸਮਝਾਵਨ ਪਠਿਓ ਵਕੀਲ। ਉਹਨੇ ਮੈਨੂੰ ਸਮਝਾਉਣ ਲਈ ਆਪਣੇ ਵਕੀਲ ਭੇਜੇ, ਆਪਣੇ ਬੜੇ ਚਲਾਕ ਹੁਸ਼ਿਆਰ ਮੁਲਾਣੇ, ਜਿਹੜੇ ਕੁਰਾਨ ਜ਼ਬਾਨੀ ਯਾਦ ਕਰਦੇ ਫਿਰਦੇ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ, ਆਏ ਸੀ ਮੈਨੂੰ ਸਮਝਾਉਣ ਵਾਸਤੇ। ਜੀਵ ਨਰਕ ਮਹਿ ਜਿਉ ਦੁਖ ਪਾਵੈ। ਉਹ ਇਹ ਕਹਿੰਦੇ ਸੀ ਵੀ ਜੇ ਤੂੰ ਹਿੰਦੂਆਂ ਦੀਆਂ ਕਿਤਾਬਾਂ ਪੜ੍ਹੇਗਾ, ਤੂੰ ਕਾਫਰ ਹੋ ਜਾਏਗਾ ਤੇ ਤੂੰ ਨਰਕਾਂ 'ਚ ਜਾਏਗਾ ਦੋਜ਼ਖ ਵਿੱਚ, ਉੱਥੇ ਤੈਨੂੰ ਬੜੀ ਮਾਰ ਪਏਗੀ,
ਉਹ ਤੈਨੂੰ ਤੇਲ ਦੇ ਕੜਾਹਿਆਂ 'ਚ ਤਲਣਗੇ, ਉਹ ਤੈਨੂੰ ਸਾੜਨਗੇ, ਉਹ ਤੈਨੂੰ ਭੁੰਨਣਗੇ। ਇੱਦਾਂ ਦੀਆਂ ਗੱਲਾਂ ਮੈਨੂੰ ਕਹਿ ਕਹਿ ਕੇ ਡਰਾਉਂਦੇ ਸੀ। ਨਿਕਸੈ ਕੋ ਨ ਰਖੈ ਸਮਝਾਵੈ, ਉਹ ਕਹਿੰਦੇ ਨਰਕਾਂ 'ਚ ਪਿਆ ਹੋਇਆ ਜੀਵ ਨਿਕਲ ਹੀ ਨਹੀਂ ਸਕੇਗਾ। ਤਿਮ ਮੁਝ ਕੋ ਕਹਿ ਬੁੱਧ ਬਤਾਵੈ, ਇੱਦਾਂ ਦੀ ਮੈਨੂੰ ਮੱਤ ਦਿੰਦੇ ਸੀ, ਇਹੋ ਜਿਹੀ ਵਿਚਾਰ ਦੱਸਦੇ ਸੀ। ਮੰਦਮਤੀ ਕੁਛ ਨਹੀਂ ਲਿਖਾਵੈ, ਮੰਦਮਤੀਏ ਤੁਰਕ ਆਪ ਹਨੇਰੇ ਵਿੱਚ ਤੇ ਉਪਦੇਸ਼ ਮੈਨੂੰ ਦਿੰਦੇ ਸੀ। ਮੈਂ ਤਿਨ ਕੋ ਕਹਿ ਮਤੀ, ਮੈਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਮੱਤ ਦਿੱਤੀ, ਪਰ ਉਹ ਮੱਤ ਲੈਣ ਜੋਗੇ ਨਹੀਂ ਹਨ। ਦੇ ਛੋਰਪਨ ਮੂਰਖ ਅਤੀ, ਉਹ ਅਤੀ ਮੂਰਖ ਹਨ। ਕਿੰਨਾ ਕੁ ਸਮਝਾਈਏ, ਜੇ ਅੰਧੇ ਚਾਨਣ ਰੱਖੀਏ ਦੀਵੇ ਬੜੇ 50, ਉਹਨੂੰ 50 ਦੀਵੇ ਬਾਲ ਦਿਓ, ਉਹਨੇ ਨੂੰ ਫੇਰ ਨਹੀਂ ਪਤਾ ਲੱਗਦਾ। ਜਿੰਨਾ ਚਿਰ ਮਹਾਰਾਜ ਅਕਾਲ ਪੁਰਖ ਅਨੁਭਵ ਦੀ ਅੱਖ ਨਹੀਂ ਕਿਸੇ ਨੂੰ ਦਿੰਦਾ, ਉਹਨਾਂ ਚਿਰ ਬੰਦੇ ਦਾ ਹਨੇਰਾ ਜਾਂਦਾ ਹੀ ਨਹੀਂ। ਨਿੰਦਾ ਕਰਹਿ ਸਗਲ ਤੁਰਕਾਨਾ, ਉਹ ਸਾਰੇ ਤੁਰਕ ਇਕੱਠੇ ਹੋ ਕੇ ਮੇਰੀ ਨਿੰਦਾ ਕਰਦੇ, ਮੈਨੂੰ ਕਹਿੰਦੇ ਕਾਫਰ, ਦਾਰਾ ਸ਼ਿਕੋ ਕਾਫਰ ਹੈ, ਕਾਫਰਾਂ ਨਾਲ ਲੜ ਗਿਆ ਹੈ। ਬੰਦੇ ਛਰਾ ਫਾਸ ਵਧਾਨਾ, ਗੁਰੂ ਜੀ ਪਰ ਮੈਨੂੰ ਤਾਂ ਪਤਾ ਹੈ ਵੀ ਉਹ ਤਾਂ ਵਿਚਾਰੇ ਆਪ ਸ਼ਰ੍ਹਾ ਦੀ ਫਾਹੀ 'ਚ ਵੱਜੇ ਹੋਏ ਨੇ, ਸ਼ਰ੍ਹਾ ਦੀ ਫਾਹੀ 'ਚੋਂ ਨਿਕਲ ਨਹੀਂ ਸਕਦੇ। ਜੇ ਘਰ ਪਿੰਡ ਨੂੰ ਅੱਗ ਲੱਗ ਜੇ ਤੇ ਸਾਧ ਸੰਗਤ ਜੀ ਸਿਆਣੇ ਬੰਦੇ ਡੰਗਰ ਦੇ ਗਲੋਂ ਸੰਗਲ ਖੋਲ ਦਿੰਦੇ ਆ ਵੀ ਚਲੋ ਡੰਗਰ ਭੱਜ ਕੇ ਆਪਣੀ ਜਾਨ ਬਚਾਉਂਦਾ ਤਾਂ ਬਚਾ ਲਵੇ, ਪਰ ਜੇ ਸੰਗਲ ਵੱਜਾ ਹੋਵੇ ਫਿਰ ਸੜਨਾ ਹੀ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਜਿਹੜਾ ਸੰਗਲ ਦੇ ਨਾਲ ਵੱਜਾ ਰਹੇਗਾ ਉਹ ਤਾਂ ਫਿਰ ਸੜੇਗਾ ਹੀ, ਜੰਮੇਗਾ ਵੀ, ਮਰੇਗਾ ਵੀ, ਨਰਕਾਂ 'ਚ ਵੀ ਪਵੇਗਾ, ਉਹਨੂੰ ਦਾ ਦੁੱਖ ਹੋਏਗਾ। ਪਰ ਜਿਹਦੇ ਗਲੋਂ ਸਰਾ ਦਾ ਸੰਗਲ ਨਿਕਲ ਗਿਆ ਉਹ ਬ੍ਰਹਮ ਗਿਆਨੀ ਬਣ ਕੇ ਮੁਕਤ ਹੋ ਜਾਂਦਾ ਹੈ। ਮੈਂ ਤਿਨ ਕੀ ਕਬ ਏਕ ਨ ਮਾਨੀ, ਗੁਰੂ ਜੀ ਮੈਨੂੰ ਬੜਾ ਮੁਲਾਣਿਆਂ ਨੇ ਸਮਝਾਇਆ, ਪਰ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ, ਕਮਤ ਨਾਰ ਕੀ ਤਨ ਅਭਿਮਾਨੀ, ਕਿਉਂਕਿ ਉਹ ਆਪ ਖੋਟੀ ਮਤ ਵਾਲੇ ਹਨ ਤੇ ਆਪ ਨਰਕਗਾਮੀ ਹੋਣੇ ਵਾਲੇ ਹਨ। ਸੰਤਨ ਕੀ ਕਰੁਣਾ ਮੁਝ ਹੋਈ, ਮੇਰੇ ਤੇ ਤਾਂ ਮਹਾਰਾਜ ਸੰਤਾਂ ਮਹਾਂਪੁਰਸ਼ਾਂ ਦੀ, ਸਾਈਂ ਮੀਆਂ ਮੀਰ ਜੀ ਔਰ ਮੇਰੇ ਪੀਰੋ ਮੁਰਸ਼ਿਦ ਸ਼ਰਮਦ ਵਰਗਿਆਂ ਦੀ ਕਿਰਪਾ ਹੋਈ ਹੈ। ਐਸੇ ਬਿਗਨ ਸ਼ਬੇ ਨਹਿ ਕੋਈ, ਹਾਂ ਮੈਨੂੰ ਇਹੋ ਜਿਹੇ ਬਿਗਨ ਛੂ ਹੀ ਨਹੀਂ ਸਕੇ ਜਿਹੜੇ ਬੁੱਧੀ ਨੂੰ ਭਰਮਤ ਕਰਨ ਵਾਲੇ ਹਨ। ਸਾਧ ਸੰਗਤ ਜੀ, ਇੱਕ ਤਾਂ ਸੰਸਾਰੀ ਬਿਗਨ ਹਨ ਜਿਹੜੇ ਸਰੀਰਕ ਤੌਰ ਤੇ ਸਾਨੂੰ ਲੱਗਦੇ ਹਨ, ਇੱਕ ਹੁੰਦੇ ਆ ਅਧਿਆਤਮਿਕ ਤੌਰ ਤੇ ਵਿਘਨ ਲੱਗਣੇ। ਮਾਨਸਿਕ ਤੌਰ ਤੇ ਬੰਦਾ ਪਜਲ ਹੋ ਜਾਂਦਾ, ਮੈਂ ਹੁਣ ਕੀ ਕਰਾਂ, ਇਹ ਗੱਲ ਮੰਨਾਂ ਕਿ ਉਹ ਗੱਲ ਮੰਨਾਂ। ਸਾਰੀ ਦੁਨੀਆ ਭਰਮ ਵਿੱਚ ਹੈ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਈਸਾਈ ਵੀ ਭਰਮ 'ਚ ਪਏ ਹੁੰਦੇ ਆ। ਕਿਸੇ ਬੰਦੇ ਨੂੰ ਪੁੱਛ ਲਓ, ਡਾਊਟ ਤਾਂ ਸਾਰਿਆਂ ਕੋਲ ਹੀ ਹੈ, ਸ਼ੰਕਾ ਤਾਂ ਸਾਰਿਆਂ ਕੋਲ ਹੀ ਹੈ। ਸ਼ੰਕੇ ਤੋਂ ਬਿਨਾਂ ਕੋਈ ਹੈ। ਆਖੋ ਸ੍ਰੀ ਵਾਹਿਗੁਰੂ। ਸ਼ੰਕੇ ਦੇ ਸਮੇਤ ਬਹੁਤ ਦੁਨੀਆ ਹੈ, ਸ਼ੰਕੇ ਤੋਂ ਬਿਨਾਂ ਕੋਈ ਵਿਰਲਾ ਹੀ ਹੈ। ਤੋ ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰਾ ਸ਼ੰਕਾ ਮਿਟਿਆ ਹੋਇਆ ਹੈ। ਬਦਾ ਲਾਲਸਾ ਨਿਤ ਅਧਿਕਾਈ, ਦਿਨੋ ਦਿਨ ਹੋਰ ਸਰੂਪ ਨੂੰ ਜਾਣਨ ਦੀ ਲਾਲਸਾ ਵੱਧਦੀ ਜਾ ਰਹੀ ਹੈ। ਉਹ ਪਰਮੇਸ਼ਰ ਪਰਮਾਤਮਾ 'ਚ ਲੀਨ ਹੋਣ ਦੀ ਭਾਵਨਾ ਬਣੀ ਹੋਈ ਹੈ। ਹੋਏ ਸਰੂਪ ਮੈਂ ਨਿਸ਼ਚਲਤਾਈ, ਬਸ ਇਹੀ ਚਾਹੁੰਦਾ ਕਿ ਆਪਣੇ ਸਰੂਪ ਦੇ ਵਿੱਚ ਨਿਸ਼ਚਲ ਬਿਰਤੀ ਟਿਕ ਜਾਵੇ। ਇਹ ਸਰੀਰ ਦਾ, ਇਹ ਸੰਸਾਰ ਦਾ, ਇਹ ਸ਼ਰ੍ਹਾ ਦਾ ਬੰਧਨ ਕੱਟਿਆ ਜਾਵੇ, ਜਨਮ ਮਰਨ ਦਾ ਬੰਧਨ ਕੱਟਿਆ ਜਾਵੇ, ਮੇਰੀ 84 ਕੱਟੀ ਜਾਵੇ। ਮਿਥਿਆ ਜਗ ਕੇ ਦੁੱਖ ਸੁਖ ਜੋਈ, ਜਿਹੜੇ ਸੰਸਾਰ ਦੇ ਦੁੱਖ ਸੁੱਖ ਹਨ ਇਹ ਮਿਥਿਆ ਹਨ। ਇਹ ਤਾਂ ਸੁੱਖ ਵੀ ਨਹੀਂ ਰਹਿਣੇ, ਇਹ ਸੰਸਾਰ ਦੇ ਦੁੱਖ ਵੀ ਨਹੀਂ ਰਹਿਣੇ। ਇੱਕ ਦਿਨ ਸਾਰਾ ਕੁਝ ਛੱਡ ਕੇ ਸਰੀਰ ਦਾ ਬੰਧਨ ਜਾਣਾ ਹੀ ਜਾਣਾ ਹੈ। ਹਾਂਜੀ, ਅਗਨੀ ਸਮਦਹੀਅਤ ਸਭ ਕੋਈ, ਜਿਵੇਂ ਅੱਗ ਸਾੜਦੀ ਹੈ ਇਵੇਂ ਦੁੱਖ ਵੀ ਸਾੜਦੇ ਨੇ ਤੇ ਬੰਦੇ ਨੂੰ ਸੁੱਖ ਵੀ ਸਾੜਦੇ ਨੇ। ਸੁੱਖ ਕਿਵੇਂ ਸਾੜਦੇ ਨੇ? ਸੁੱਖ ਵੀ ਪ੍ਰਮਾਤਮਾ ਤੋਂ ਦੂਰ ਕਰ ਦਿੰਦੇ ਨੇ। ਸੁੱਖ ਵੀ ਬੰਦੇ ਨੂੰ ਆਲਸੀ ਬਣਾ ਦਿੰਦੇ ਨੇ, ਵਿਕਾਰੀ ਬਣਾ ਦਿੰਦੇ ਨੇ। ਤੁਮ ਅਬ ਕਿਰਪਾ ਕਰੋ ਅਸ ਹੋਹੀ, ਮਹਾਰਾਜ ਹੁਣ ਕਿਰਪਾ ਕਰੋ, ਮੈਨੂੰ ਦੁੱਖ ਸੁੱਖ ਤੋਂ ਪਰੇ ਕਰ ਦਿਓ। ਤਿਨ ਕੀ ਆਂਚ ਨਾ ਲਾਗਹਿ ਮੋਹੀ, ਨਾ ਮੈਨੂੰ ਦੁੱਖ ਦੀ ਆਂਚ ਲੱਗੇ, ਨਾ ਮੈਨੂੰ ਸੁੱਖ ਦੀ ਆਂਚ ਲੱਗੇ। ਨਿਜ ਸਰੂਪ ਮਹਿ ਥਿਰਤਾ ਪਾਵੋ, ਮੈਨੂੰ ਆਪਣੇ ਸਰੂਪ 'ਚ ਟਿਕਾ ਦਿਓ ਗੁਰੂ ਜੀ, ਜਿਸ ਤੇ ਜਨਮ ਰੋ ਮਰਨ ਮਿਟਾਵੋ। ਤੇ ਇਹਦੇ ਕਰਕੇ ਮੇਰਾ ਜਨਮ ਮਰਨ ਕੱਟਿਆ ਜਾਵੇ ਸਤਿਗੁਰੂ ਜੀ। ਉਪਜਾ ਬ੍ਰਹਮ ਵਿਖੈ ਵਿਸਵਾਸ, ਮੇਰਾ ਉਸ ਬ੍ਰਹਮ ਵਿੱਚ, ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ 'ਚ ਅਖੰਡ ਵਿਸ਼ਵਾਸ ਬਣ ਜਾਵੇ। ਬ੍ਰਹਮ ਵਿਆਪਕ ਹੈ, ਮੈਂ ਵੀ ਉਸ ਵਿਆਪਕ ਦੇ ਸਮੁੰਦਰ ਦੀ ਬੂੰਦ ਬਣ ਕੇ ਸਮੁੰਦਰ 'ਚ ਹੀ ਰਲ ਜਾਵਾਂ। ਕਟਹਿ ਪੁਰਾਤਨ ਦੁਬਦਾ ਫਾਸ, ਮੇਰੀ ਜਿਹੜੀ ਬਹੁਤ ਜੁਗਾਂ ਦੀ ਦੁਬਦਾ ਦੀ ਫਾਹੀ ਜੀਵ ਨੂੰ ਪਈ ਹੋਈ ਹੈ,
ਮੈਂ ਜੋ ਬਣਿਆ ਹੋਇਆ ਜੀਵ, ਇਹ ਮੇਰਾ ਜੀਵ ਪੁਣਾ, ਇਹ ਮੇਰੇ ਬੰਧਨ, ਇਹ ਮੇਰੀਆਂ ਫਾਹੀਆਂ ਕੱਟੀਆਂ ਜਾਣ ਗੁਰੂ ਜੀ। ਬ੍ਰਹਮ ਸਰੂਪ ਬ੍ਰਤੀਥਿਤ ਹੋਏ, ਮੇਰੀ ਸੁਬਿਰਤੀ ਬ੍ਰਹਮ ਵਿੱਚ ਲੀਨ ਹੋ ਜਾਵੇ ਗੁਰੂ ਜੀ। ਤਨ ਹਉਮੈ ਤਜ ਲਹਿ ਸੁਖ ਸੋਏ, ਸਰੀਰ ਦੀ ਹਉਮੈ ਛੱਡ ਕੇ ਮੈਂ ਸਰੀਰ ਆ, ਮੈਂ ਦਾਰਾ ਸ਼ਿਕੋ ਆ, ਮੈਂ ਦੁਖੀ ਸੁਖੀ, ਇਹ ਖਿਆਲ ਨਾ ਆਵੇ, ਬਲਕਿ ਮੈਂ ਬ੍ਰਹਮ ਰੂਪੀ ਆ, ਇਹੀ ਅਨੁਭਵ ਹੁੰਦਾ ਰਵੇ। ਮਿਟਹ ਅਨੇਕਤਾ ਮਨ ਮੇਰੇ ਕੀ, ਜਿਹੜੇ ਮੇਰੇ ਮਨ ਦੀ ਅਨੇਕਤਾ ਹੈ, ਅਨੇਕਤਾ ਨਾ, ਇਹ ਆਪਣਾ, ਇਹ ਬਗਾਨਾ ਹੈ, ਇਹ ਵਧੀਆ, ਇਹ ਘਟੀਆ, ਹਿੰਦੂ ਹੈ, ਮੁਸਲਮਾਨ ਹੈ, ਇਹ ਜਿਹੜੀ ਮੇਰੇ ਮਨ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ, ਇਹ ਸਾਰੀਆਂ ਸ਼ਾਂਤ ਹੋ ਜਾਣ, ਇਹ ਮਨ ਟਿਕ ਜਾਵੇ। ਹੋਏ ਸਫਲਤਾ ਤੁਮ ਹੇਰੇ ਕੀ, ਮਹਾਰਾਜ ਤੁਹਾਡੇ ਦਰਸ਼ਨਾਂ ਦਾ ਇਹ ਫਲ ਮਿਲ ਜਾਵੇ, ਮੈਨੂੰ ਸਫਲ ਹੋ ਜਾਣ ਤੁਹਾਡੇ ਦਰਸ਼ਨ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੇ ਹੋਏ ਆਏ, ਭਾਗਾਂ ਵਾਲਾ ਦਿਨ ਅੱਜ ਤੁਹਾਡੇ ਦਰਸ਼ਨ ਹੋਏ ਨੇ, ਇਹਦਾ ਫਲ ਮਿਲੇ ਮੈਨੂੰ। ਅਪਰ ਜਾਚਨਾ ਕਰੋ ਨ ਕੋਈ, ਹੋਰ ਮੈਂ ਕੁਛ ਨਹੀਂ ਮੰਗਦਾ ਗੁਰੂ ਜੀ। ਆਦਰੋ ਅੰਤ ਸਮੈ ਤਜ ਹੋਈ, ਹਾਂ, ਬਸ ਮੈਂ ਸੱਚੇ ਪਾਤਸ਼ਾਹ ਜੀ ਆਪ ਜੀ ਤੋਂ ਇਹੀ ਮੰਗਦਾ ਹਾਂ, ਆਦ ਅੰਤ ਆਪ ਜੀ ਦਾ ਹੀ ਧਿਆਨ ਰਵੇ, ਬ੍ਰਹਮ ਸਰੂਪ ਦਾ ਹੀ ਧਿਆਨ ਰਵੇ। ਨਾਸ਼ਵੰਤ ਜੋ ਸੁਖ ਜਗ ਕੇਰੋ, ਇਹ ਸੰਸਾਰ ਦੇ ਸੁੱਖ ਜਿੰਨੇ ਵੀ ਨੇ ਨਾਸਵਾਨ ਨੇ, ਅੱਜ ਨਹੀਂ ਤੇ ਕੱਲ ਸਭ ਚੀਜ਼ਾਂ ਖਤਮ ਹੋਣੀਆਂ ਹੀ ਹੋਣੀਆਂ ਨੇ। ਹਾਂਜੀ, ਜਿਸ ਜਾਚਨ ਕੋ ਨਹਿ ਮਨ ਮੇਰੋ, ਇਸ ਕਰਕੇ ਮੈਂ ਸੰਸਾਰ ਦੀਆਂ ਚੀਜ਼ਾਂ ਮੰਗਦਾ ਹੀ ਨਹੀਂ। ਐ ਜੀ ਜਗ ਮੈਂ ਆਇਆ ਜਾਈ, ਐ ਜੀ ਰਹਿ ਨਾ ਦੀਸੈ, ਇਸ ਜਗ ਮੈਂ ਆਇਆ ਜਾਈ। ਇਹ ਸੰਸਾਰ 'ਚ ਕੁਝ ਰਹਿਣ ਵਾਲਾ ਦਿਸਦਾ ਹੀ ਨਹੀਂ, ਆਉਣ ਜਾਣ ਵਾਲਾ ਹੀ ਹੈ ਸੰਸਾਰ। ਤਨ ਤਰ ਬੇਕੇ ਜੇ ਵਿਵਹਾਰ, ਹਾਂ ਮਹਾਰਾਜ, ਐ ਜੀ ਕਿਆ ਮੰਗੋ, ਕੀ ਮੰਗਾ, ਕਿਛ ਰਹਿ ਨਾ ਦੀਸੈ, ਕੁਝ ਰਹਿਣ ਵਾਲਾ ਦਿਸਦਾ ਨਹੀਂ। ਮਹਾਰਾਜ, ਜਿਹੜੇ ਸੰਸਾਰ ਦੇ ਵਿਹਾਰ ਨੇ ਉਹਨਾਂ ਚਿਰ ਨੇ ਜਿੰਨਾ ਚਿਰ ਜਿਉਂਦੇ ਹਾਂ, ਜਦੋਂ ਸਰੀਰ ਛੱਡਾਂਗੇ ਸਾਰੇ ਵਿਹਾਰ ਸਮਾਪਤ ਹੋ ਜਾਣਗੇ। ਹਾਂਜੀ, ਪ੍ਰਾਪਤ ਪਰਾਲਬਧ ਅਨੁਸਾਰ, ਤੇ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਇਹਦੀ ਪਰਾਲਬਧ ਇਹਨੂੰ ਮਿਲਦੀ ਰਹਿਣੀ ਹੈ। ਰੁੱਖੀ ਰੋਟੀ ਮਿਲਣੀ ਹੈ ਜਾਂ ਚੋਪੜੀ ਮਿਲਣੀ ਹੈ, ਲਿਖੀ ਹੈ ਤਾਂ ਮਿਲ ਹੀ ਜਾਣੀ ਹੈ। ਹਾਂਜੀ, ਤਿਨ ਕੋ ਯਤਨ ਕਰਨ ਹੈ ਬਾਦ, ਤੇ ਫਿਰ ਜਿਹੜੀ ਚੀਜ਼ ਮਿਲ ਜਾਣੀ ਹੈ ਉਹਦੇ ਲਈ ਯਤਨ ਕਰਨਾ ਐਵੇਂ ਵਿਅਰਥ, ਸਿਰ ਖਪਾਈ ਕਰਨੀ ਬੇਅਰਥ ਹੈ, ਕੋਈ ਲੋੜ ਨਹੀਂ ਹੈ ਉਹਦੀ। ਹਾਂਜੀ, ਹਾਨ ਲਾਭ ਸ਼ੋਕਦ ਅਹਲਾਦ, ਉਹ ਤਾਂ ਕਰਮਾਂ ਦੇ ਅਨੁਸਾਰ ਮਿਲਦਾ ਰਹਿਣਾ। ਅਸਲੀ ਚੀਜ਼ ਜਿਹੜੀ ਮਿਲਣੀ ਚਾਹੀਦੀ ਉਹ ਮਿਲ ਜਾਵੇ। ਸਹਿਜ ਸੁਭਾਇਕ ਜਿਮ ਚਲ ਆਵੈ, ਜਿਵੇਂ ਸਹਿ ਸੁਭਾਅ ਕਰਮਾਂ 'ਚ ਕੋਈ ਚੀਜ਼ ਲਿਖੀ ਆਉਣੀ, ਦੁੱਖ ਵੀ ਆਉਣਾ, ਸੁੱਖ ਵੀ ਆਉਣਾ, ਉਹ ਭੋਗਾਂਗੇ। ਹਾਂਜੀ, ਹਰਖ ਸੋਗ ਬਿਨ ਤਥਾ ਬਿਤਾਵੈ, ਬਿਨਾਂ ਹਰਖ ਸੋਗ ਦੇ ਸਮਾਂ ਲੰਘ ਜਾਵੇ, ਨਾ ਖੁਸ਼ੀ ਹੋਈਏ ਨਾ ਗਮਗੀਨ ਹੋਈਏ। ਕਰਨ ਉਪਾਇ ਲਖਿਓ ਮੈਂ ਨੀਕੋ, ਮਹਾਰਾਜ, ਮੈਂ ਇਹੀ ਉਪਾਅ ਸੋਚਿਆ ਹੈ, ਜਿਸ ਤੇ ਕਟਹਿ ਕਸ਼ਟ ਤਿਨ ਜੀ ਕੋ, ਮੇਰੇ ਜਨਮ ਮਰਨ ਦੇ ਕਸ਼ਟ ਕੱਟੇ ਜਾਣ, ਤੁਹਾਡੀ ਕਿਰਪਾ ਹੋ ਜਾਵੇ। ਜਾਂ ਤੇ ਲਾਲਸ ਅਹ ਹਮਾਰੀ, ਇਸ ਕਰਕੇ ਮੇਰੀ ਇਹ ਲਾਲਸਾ ਹੈ, ਪ੍ਰਾਪਤ ਹੋਵਹਿ ਕਿਰਪਾ ਤੁਹਾਡੀ ਕਿਰਪਾ ਮੈਨੂੰ ਪ੍ਰਾਪਤ ਹੋ ਜਾਵੇ। ਸ਼੍ਰੀ ਨਾਨਕ ਤੇ ਬਹੁ ਬਰਸਾਈ, ਸਤਿਗੁਰੂ ਨਾਨਕ ਦੇਵ ਜੀ ਤੋਂ ਬੜੀ ਦੁਨੀਆ ਵਰਸਾਈ ਹੈ, ਲੱਖਾਂ ਨੂੰ ਤਾਰਿਆ, ਕਰੋੜਾਂ ਨੂੰ ਤਾਰਿਆ ਬਾਬੇ ਨਾਨਕ ਨੇ। ਸਭ ਜਗ ਮਹਿ ਜਸ ਜਿਨ ਕੋ ਛਾਏ, ਉਹਨਾਂ ਦਾ ਜਸ ਸਾਰੀ ਦੁਨੀਆ 'ਚ ਛਾਇਆ ਹੋਇਆ ਹੈ। ਇਸ ਗਾਦੀ ਕੇ ਮਾਲਕ ਅਹੋ, ਤੁਸੀਂ ਇਸ ਗੱਦੀ ਦੇ ਮਾਲਕ ਹੋ। ਨਿਸ਼ਚ ਉਪਦੇਸ਼ ਮੋਹਿ ਕੋ ਮੇਰੇ ਤੇ ਵੀ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਦੀ ਕਿਰਪਾ ਮੇਰੇ ਤੇ ਵੀ ਕਰਾਓ। ਜਿਸ ਸਰੂਪ ਕੋ ਬੇਦ ਬਤਾਵੈ, ਜਿਸ ਸਰੂਪ ਨੂੰ ਵੇਦ ਬਿਆਨ ਕਰਦੇ ਨੇ, ਤਿਸ ਮਹਿ ਮਨ ਸਥਿਰਤਾ ਪਾਵੈ, ਉਹਦੇ ਵਿੱਚ ਮੇਰਾ ਮਨ ਟਿਕ ਜਾਵੇ। ਪੰਚੋ ਇੰਦਰ ਤੇ ਰਹਿ ਪਰੈ, ਜਿਹੜੇ ਪੰਜੇ ਗਿਆਨ ਇੰਦਰੀਆਂ ਤੋਂ ਪਰੇ ਰਹਿਣ ਵਾਲਾ ਸਰੂਪ ਹੈ ਬ੍ਰਹਮ ਦਾ, ਜਿਸ ਕੇ ਇਹ ਅਲੰਬ ਹੋਏ ਥਰੈ, ਜਿਹਦੇ ਆਸਰੇ ਇਹ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਚੱਲ ਰਹੇ ਨੇ। ਅਖੇਲ ਤੇਜ ਕਹੋ ਦਾਇਕ ਤੇਜ, ਜੋ ਸਾਰੀਆਂ ਸ਼ਕਤੀਆਂ ਨੂੰ ਸ਼ਕਤੀ ਦੇਣ ਵਾਲਾ, ਸਾਰੇ ਤੇਜ ਪ੍ਰਤਾਪ ਨੂੰ ਵੀ ਤੇਜ ਦੇਣ ਵਾਲਾ, ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਹਾਂਜੀ, ਸਭ ਕੋ ਸੱਤਾ ਦੇਤ ਅਮੇਜ, ਸਾਰਿਆਂ ਨੂੰ ਜੋ ਸੱਤਾ ਦੇਣ ਵਾਲਾ ਹੈ। ਦੋਹਰਾ ਕਿਰਪਾ ਆਪ ਕੀ ਠਾਨ ਕੈ, ਆਪ ਜੀ ਕਿਰਪਾ ਕਰਕੇ ਤਹ ਮਨ ਦੇਹੁ ਟਿਕਾਏ, ਉਹਦੇ ਵਿੱਚ ਮੇਰਾ ਮਨ ਟਿਕਾ ਦਿਓ। ਰਾਗ ਦਵਾਸ਼ ਨਹਿ ਸ਼ਵਾਸਕ ਹੈ, ਮੈਨੂੰ ਰਾਗ ਦਵੈਸ਼ ਨਾ ਛੂ ਸਕਣ। ਸਤਿਗੁਰ ਸੰਤ ਸਹਾਇ, ਐਸੀ ਕਿਰਪਾ ਕਰੋ ਸਤਿਗੁਰੂ ਜੀ। ਇਹ ਬੇਨਤੀ ਕਰਦਾ ਦਾਰਾ ਸ਼ਿਕੋ, ਇਹਦੇ ਬਚਨ ਸੁਣ ਕੇ, ਦੀ ਬੇਨਤੀ ਸੁਣ ਕੇ ਗੁਰੂ ਹਰਾਏ ਸਾਹਿਬ ਜੀ ਹੁਣ ਇਹਨੂੰ ਬ੍ਰਹਮ ਗਿਆਨ ਦੀ ਦਾਤ ਦੇਣਗੇ। ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।